ਹੈਲੋ एवरीवन ਵੈਲਕਮ ਟੂ ਸਲੀਪੀ ਕਲਾਸਿਸ। ਤਾਓ ਹੁਣ ਆਪਾਂ ਆਪਣੇ ਪੰਜਾਬ ਦੇ ਪ੍ਰੀਲਿਮ ਸੀਸੈਟ ਪੇਪਰ ਦੀ ਐਨਾਲਿਸਿਸ ਕਰੀਏ। ਇਹ ਪੇਪਰ ਦੀ ਐਨਾਲਿਸਿਸ ਇਸ ਵਾਸਤੇ ਵੀ ਜ਼ਰੂਰੀ ਹੈ ਕਿ ਇਨ ਕੇਸ ਤੁਸੀਂ ਆਪਣਾ ਨਾਇਬ ਤਹਿਸੀਲਦਾਰ ਦਾ ਪੇਪਰ ਭਰਿਆ ਹੋਇਆ ਤਾਂ ਇਹ ਤੁਹਾਨੂੰ ਇੱਕ ਗਾਈਡਲਾਈਨ ਦੇਗਾ ਕਿ ਤੁਸੀਂ ਆਪਣੀ ਹੁਣ ਤਿਆਰੀ ਕਿਸ ਤਰ੍ਹਾਂ ਨਾਲ ਕਰਨੀ ਹੈ। ਦੇਖੋ ਆਪਣੇ ਜਿੰਨੇ ਪੁਰਾਣੇ ਪੇਪਰ ਆ ਰਹੇ ਸੀ ਪਿਛਲੇ ਕੁਝ ਸਾਲਾਂ ਜਾਂ ਤਾਂ ਪੀਸੀਐਸ ਦਾ ਹੋਵੇ ਜਾਂ ਹੋਰ ਕੋਈ ਵੀ ਜਿਹੜਾ ਪੇਪਰ ਪੀਪੀਐਸਸੀ ਵੱਲੋਂ ਕੰਡਕਟ ਕੀਤਾ ਜਾਂਦਾ ਹੋਵੇ ਉਹਦੇ 'ਚ ਸੀਸੈਟ ਦਾ ਜਿਹੜਾ ਪੈਟਰਨ ਸੀ ਜਾਂ ਡਿਫਿਕਲਟੀ ਲੈਵਲ ਸੀ ਉਹ ਹੁੰਦਾ ਸੀ ਈਜ਼ੀ ਟੂ ਮੋਡਰੇਟ। ਪਰ ਇਹ ਪਹਿਲੀ ਵਾਰ ਹੋਇਆ ਕਿ ਆਪਣਾ ਜਿਹੜਾ ਲੈਵਲ ਹੈ ਉਹ ਮੋਡਰੇਟ ਟੂ ਡਿਫਿਕਲਟ ਦੀ ਰੇਂਜ 'ਚ ਆਇਆ ਅਤੇ ਉਹਦੇ ਨਾਲ ਹੀ ਜਿਵੇਂ ਆਪਾਂ ਪਹਿਲੇ ਪੇਪਰਾਂ 'ਚ ਦੇਖਿਆ ਜਿਵੇਂ ਪਿਛਲੇ ਸਾਲਾਂ ਦੇ ਪੀਸੀਐਸ ਦੇ ਪ੍ਰੀਲਿਮਸ ਦੇ ਸੀਸੈਟ ਦੇ ਪੇਪਰ ਦੇ ਵਿੱਚ ਕਿ ਉਹਦੇ ਵਿੱਚ ਪੂਰਾ ਬੈਲੈਂਸ ਪੇਪਰ ਆਉਂਦਾ ਸੀ ਸੀਸੈਟ ਦਾ। ਇੰਗਲਿਸ਼ ਦੇ ਵੀ ਉਨੇ ਹੀ ਕੁਐਸਚਨ, ਪੰਜਾਬੀ ਦੇ ਵੀ, ਉਸ ਤੋਂ ਬਾਅਦ ਰੀਜ਼ਨਿੰਗ ਦੇ ਲਾ ਲਓ ਜਾਂ ਫਿਰ ਕੁਆਂਟ ਦੇ ਲਾ ਲਓ। ਤਾਂ ਇਹ ਪਹਿਲੀ ਵਾਰ ਹੋਇਆ ਕਿ ਆਪਣੇ ਕੁਆਂਟ ਜਸਟ ਅ ਸੈਕਿੰਡ ਕਿ ਜੇ ਆਪਾਂ ਕੁਆਂਟ ਦੀ ਗੱਲ ਕਰੀਏ ਕੁਆਂਟ ਦੇ ਵਿੱਚ ਵੀ ਸਪੈਸੀਫਿਕਲੀ ਡੀਆਈ ਦੀ ਜਿਹੜੇ ਕਿ ਮੋਸਟਲੀ ਬੱਚੇ ਛੱਡ ਕੇ ਚਲੇ ਜਾਂਦੇ ਨੇ ਉਹਦੇ ਅਪਰੋਕਸ 7 ਤੋਂ 8 ਡੀਆਈ ਆਏ ਨੇ। ਜੇ 7 ਤੋਂ 8 ਜੇ 2 ਕੁਐਸਚਨ ਵੀ ਇੱਕ ਡੀਆਈ 'ਚ ਮੰਨੋ ਤਾਂ ਐਟਲੀਸਟ 16 ਕੁਐਸਚਨ ਆਏ ਨੇ ਤੇ ਕਈਆਂ 'ਚ ਤਾਂ 3 ਵੀ ਨੇ ਤਾਂ 16 ਤੋਂ 20 ਕੁਐਸਚਨ ਸਿੱਧੇ ਡੀਆਈ 'ਚੋਂ ਆਏ ਨੇ ਜਿਹੜਾ ਕਿ ਆਪਣਾ 1/4 ਆਫ ਦਾ ਪੇਪਰ ਹੋ ਜਾਂਦਾ। ਜੋ ਕਿ ਮੈਨੂੰ ਲੱਗਦਾ ਹੈ ਹੋਰ ਬੱਚਿਆਂ ਨਾਲ ਗੱਲ ਕਰਨ ਦੇ ਹਿਸਾਬ ਨਾਲ ਕਿ ਬਹੁਤੇ ਬੱਚੇ ਇਸ ਕਰਕੇ ਹੀ ਇਸ ਪੇਪਰ ਨੂੰ ਇੰਨਾ ਡਿਫਿਕਲਟ ਕਹਿ ਰਹੇ ਨੇ ਕਿਉਂਕਿ ਉਹਨਾਂ ਨੇ ਡੀਆਈ ਦੀ ਤਿਆਰੀ ਨਹੀਂ ਕੀਤੀ ਸੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਡੀਆਈ 'ਚ ਤੁਹਾਡੀ ਕੈਲਕੂਲੇਸ਼ਨ ਬਹੁਤ ਤੇਜ਼ ਹੋਣੀ ਚਾਹੀਦੀ ਹੈ। ਇਹ 'ਚ ਕੋਈ ਫਾਰਮੂਲੇ ਐਸ ਸੱਚ ਨਹੀਂ ਲੱਗਦੇ, ਤੁਹਾਡੀ ਕੈਲਕੂਲੇਸ਼ਨ ਦਾ ਪੂਰਾ ਜ਼ੋਰ ਲੱਗਦਾ। ਜਿੰਨੀ ਤੁਹਾਡੀ ਤੇਜ਼ ਕੈਲਕੂਲੇਸ਼ਨ ਹੋਊਗੀ ਉਨੇ ਤੁਸੀਂ ਅੱਗੇ ਸਕੋਰ ਕਰ ਪਾਓਗੇ ਤੇ ਪੀਸੀਐਸ ਦਾ ਸਾਰਾ ਜ਼ੋਰ ਹੀ ਤੁਹਾਡਾ ਸੀਸੈਟ ਜੇ ਤੁਹਾਡਾ ਨਿਕਲੂਗਾ ਤਾਂ ਹੀ ਤੁਸੀਂ ਪ੍ਰੀਲਿਮਸ ਕੁਆਲੀਫਾਈ ਕਰ ਸਕਦੇ ਹੋ। ਕਿਉਂਕਿ ਜਿਸ ਤਰ੍ਹਾਂ ਨਾਲ ਆਪਣਾ ਜਨਰਲ ਸਟੱਡੀਜ਼ ਦਾ ਪੇਪਰ ਆਇਆ ਸਾਰਾ ਹੀ ਫੈਕਚੁਅਲ ਤੇ ਉਹਦੇ ਨਾਲ ਸਾਰਾ ਕਰੰਟ ਅਫੇਅਰਸ, ਤਾਂ ਇਹਦੇ ਨਾਲ ਇੱਕ ਲੈਵਲ ਪਲੇਇੰਗ ਫੀਲਡ ਹੋ ਜਾਂਦੀ ਹੈ ਕਿ ਜਿਹੜੇ ਤਾਂ ਪੁਰਾਣੇ ਬੱਚੇ ਸੀ ਜਿਹੜੇ ਬਹੁਤ ਸਾਲ ਤੋਂ ਤਿਆਰੀ ਕਰ ਰਹੇ ਉਹਨਾਂ ਵਾਸਤੇ ਵੀ ਲੈਵਲ ਪਲੇਇੰਗ ਫੀਲਡ ਹੈ, ਜਿਹੜੇ ਹੁਣ ਇੱਕ ਡੇਢ ਸਾਲ ਤੋਂ ਤਿਆਰੀ ਕਰਨ ਲੱਗੇ ਉਹਨਾਂ ਵਾਸਤੇ ਵੀ ਲੈਵਲ ਪਲੇਇੰਗ ਫੀਲਡ ਹੈ। ਉਹਦੇ ਉੱਤੋਂ ਜਿਹੜੀ ਅਖੀਰਲੀ ਗੱਲ ਬਚ ਜਾਂਦੀ ਉਹ ਹੁੰਦੀ ਹੈ ਤੁੱਕਿਆਂ ਦੀ। ਜੀਐਸ ਦੀ ਜੇ ਮੈਂ ਗੱਲ ਕਰਾਂ ਕਿ ਤੁਸੀਂ 4 ਚੋਂ ਮੰਨ ਲਓ 1 ਜਾਂ 2 ਐਲੀਮੀਨੇਟ ਕਰਤੇ, ਅਖੀਰ ਤੁਸੀਂ ਤੁੱਕੇ ਹੀ ਲਾ ਕੇ ਆ ਰਹੇ ਹੋ। ਜੇ 100 ਚੋਂ ਤੁਸੀਂ ਘੱਟੋ ਘੱਟ 50-60 ਤੁੱਕੇ ਲਾ ਕੇ ਆਏ ਹੋਗੇ ਜਿਸ ਤਰ੍ਹਾਂ ਦਾ ਜੀਐਸ ਦਾ ਪੇਪਰ ਸੀ ਤਾਂ ਉਹਦੇ 'ਚੋਂ ਜੇ ਕੋਈ ਬਹੁਤਾ ਤਕੜਾ ਬੱਚਾ ਜਿਹਨੂੰ ਜੀਐਸ ਬਹੁਤ ਆਉਂਦੀ ਹੈ ਉਹਦੇ 60 ਕੁਐਸਚਨ ਸਹੀ ਹੋਣ, 60 ਤੋਂ 65 ਕੁਐਸਚਨ ਸਹੀ ਹੋ ਗਏ ਹੋਣਗੇ। ਐਵਰੇਜ ਬੱਚੇ ਦੇ ਜਿੰਨੇ ਕਿ ਮੈਨੂੰ ਧਿਆਨ ਹੈ ਤਾਂ ਸਾਰੇ ਬੱਚੇ ਆਲਮੋਸਟ 50 ਦੇ ਕੋਲ ਖੜੇ ਨੇ, ਕਿਸੇ ਦੇ 49 ਨੇ, ਕਿਸੇ ਦੇ 52 ਨੇ, ਤੇ ਜਿਹਦੀ ਜੀਐਸ ਥੋੜੀ ਕਮਜ਼ੋਰ ਰਹੇਗੀ ਉਹਦੇ ਉਹ ਹੈਗਾ 40 ਕੁਐਸਚਨਸ ਤੇ। ਤਾਂ ਉਹਨੂੰ ਦੇਖਦੇ ਹੋਏ ਤਾਂ ਇਹ ਤਾਂ ਗੱਲ ਪਹਿਲੀ ਕਲੀਅਰ ਹੋ ਗਈ ਸੀ ਜਿਹੜਾ ਸਾਰਾ ਹੁਣ ਜ਼ੋਰ ਹੈਗਾ ਉਹ ਸੀਸੈਟ ਦੇ ਪੇਪਰ ਤੇ ਹੈ। ਜਿਹੜਾ ਬੱਚਾ ਸੀਸੈਟ 'ਚ ਵਧੀਆ ਪਰਫਾਰਮ ਕਰਕੇ ਆਇਆ ਉਹੀ ਪੀਸੀਐਸ ਦਾ ਪ੍ਰੀਲਿਮਸ ਕੁਆਲੀਫਾਈ ਕਰੂਗਾ। ਤੇ ਹੁਣ ਜਿਵੇਂ ਇਹ 'ਚ 80 ਕੁਐਸਚਨ ਨੇ ਤੇ ਆਪਾਂ ਡੀਆਈ ਦੇ 20 ਕੁਐਸਚਨ ਨੇ, ਇੰਗਲਿਸ਼ ਦੇ ਅਪਰੋਕਸ 3 ਤੇ 2 5 ਤੇ 7 ਕੁਐਸਚਨ ਸਿਰਫ ਇੰਗਲਿਸ਼ 'ਚੋਂ ਆਏ ਨੇ ਜਿਹੜੇ ਅੱਗੇ ਐਟਲੀਸਟ 10 ਕੁਐਸਚਨ ਆਉਂਦੇ ਹੁੰਦੇ ਨੇ। ਪੰਜਾਬੀ ਦੇ ਵੀ ਸਿਰਫ ਇੱਕ ਕੰਪਰੀਹੈਂਸ਼ਨ ਆਈ ਹੈ ਤੇ 5 ਕੁਐਸਚਨ ਪੰਜਾਬੀ ਦੇ ਨੇ ਜਿਹੜੇ ਅੱਗੇ 10 ਹੁੰਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਵੀ 8 ਤੋਂ 10 ਕੁਐਸਚਨ ਦੀ ਕਮੀ ਆਈ ਹੈ ਜਿਹਦੇ ਕਰਕੇ ਅੱਗੇ ਜਿਹੜੀ ਕੱਟ ਆਫ ਇੰਨੀ ਉੱਪਰ ਜਾਂਦੀ ਸੀ ਇਸ ਵਾਰ ਥੱਲੇ ਆਊਗੀ ਕਿਉਂਕਿ ਇੰਗਲਿਸ਼ ਤੇ ਪੰਜਾਬੀ ਦੇ ਕੁਐਸਚਨਸ ਘਟੇ ਨੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੀ ਵਾਰ 292 ਕੱਟ ਆਫ ਸੀ, ਉਹ 'ਚ ਮੈਜੋਰਟੀ ਇਹ ਸੀ ਕਿ ਲੋਕੀ ਸੀਸੈਟ 'ਚ 180 ਤੋਂ 190 ਨੰਬਰ ਲੈ ਕੇ ਆ ਗਏ ਸੀ। ਪਰ ਚਲੋ ਇਸ ਵਾਰ ਤਾਂ ਇਹ ਕੇਸ ਨਹੀਂ ਹੈਗਾ, ਪਰ ਕਾਫੀ ਬੱਚੇ ਹੈਗੇ ਨੇ ਜਿਨ੍ਹਾਂ ਦੇ ਹਲੇ ਵੀ 150 160 ਦੇ 170 ਦੇ ਅਰਾਊਂਡ ਹੈਗੇ ਨੇ ਸੀਸੈਟ ਦੇ ਵਿੱਚ। ਉਹ ਕਿਹੜੇ ਬੱਚੇ ਨੇ ਜਿਹੜੇ ਤਾਂ ਮੇਨ ਸਪੈਸੀਫਿਕਲੀ ਬੈਂਕਿੰਗ ਦੀ ਤਿਆਰੀ ਕਰਦੇ ਨੇ ਕਿਉਂਕਿ ਬੈਂਕਿੰਗ 'ਚ ਤੁਹਾਨੂੰ ਪਤਾ ਹੈ ਕਿ ਸੀਸੈਟ ਦਾ ਪੂਰਾ ਜ਼ੋਰ ਹੁੰਦਾ, ਉਹ 'ਚ ਡੀਆਈ ਕਾਫੀ ਆਉਂਦੀ ਹੈ ਤੇ ਬੰਦਿਆਂ ਦੀ ਕੈਲਕੂਲੇਸ਼ਨ ਕਾਫੀ ਸਟਰੋਂਗ ਹੁੰਦੀ ਹੈ। ਤਾਂ ਇੱਥੇ ਆਪਣੇ ਜਿਹੜੇ ਜਨਰਲ ਸਟੱਡੀ ਯੂਪੀਐਸਸੀ ਲੈਵਲ ਦੇ ਬੱਚੇ ਜਿਹੜੇ ਤਿਆਰੀ ਕਰਦੇ ਨੇ ਜਾਂ ਪੀਸੀਐਸ ਸਪੈਸੀਫਿਕਲੀ ਜਿਹੜੇ ਪੀਸੀਐਸ ਦੀ ਤਿਆਰੀ ਕਰਦੇ ਜਿਨ੍ਹਾਂ ਦਾ ਪੂਰਾ ਜੋ ਜੀਐਸ ਵੱਲ ਵੀ ਲੱਗਿਆ ਹੁੰਦਾ ਤਾਂ ਉੱਥੇ ਇਹ ਥੋੜਾ ਮਾਰ ਖਾ ਜਾਂਦਾ ਜਿਹਦੇ ਕਰਕੇ ਅੰਦਾਜ਼ਾ ਹੈ ਕਿ ਕੱਟ ਆਫ ਤਾਂ ਥੱਲੇ ਜਾਊਗੀ। ਹੁਣ ਇਹ ਦੇਖਣਾ ਪਊਗਾ ਕਿ ਮੈਜੋਰਟੀ ਬੱਚੇ ਫਾਲ ਕਿੱਥੇ ਕਰ ਰਹੇ ਨੇ। ਸਾਡੇ ਅੰਦਾਜ਼ੇ ਦੇ ਹਿਸਾਬ ਨਾਲ ਜਿਹੜੀ ਕੱਟ ਆਫ ਜਾਣੀ ਚਾਹੀਦੀ ਹੈ ਉਹ 250 ਤੋਂ 260 ਦੇ ਵਿੱਚ ਜਾਊਗੀ। ਮੰਨ ਕੇ ਚੱਲੋ ਜੇ ਤੁਹਾਡੀ ਨੰਬਰ ਬਣਦੇ ਨੇ 240 ਦੇ ਕਰੀਬ, 240 ਤੋਂ 250 ਤਾਂ ਵੀ ਤੁਹਾਡਾ ਚਾਂਸ ਹੈ ਹੋ ਸਕਦਾ ਥੋੜੀ ਬਹੁਤੀ ਥੱਲੇ ਚੱਲੇ ਜੇ। ਪਰ ਜਿਹੜੀ ਮੇਜਰ ਐਸਟੀਮੇਸ਼ਨ ਹੈ ਕਿ ਕੱਟ ਆਫ 250 ਤੋਂ 260 ਦੇ ਵਿੱਚ ਜਾਊਗੀ। ਹੁਣ ਤੁਸੀਂ ਕਈ ਜਗ੍ਹਾ ਸੋਚਿਆ ਇਸ ਤੋਂ ਵੀ ਥੱਲੇ ਚੱਲੇ ਜੇ, ਪਰ ਤੁਸੀਂ ਇਹ ਦੇਖੋ ਕਿ ਜਿਹੜੇ ਬੈਂਕਿੰਗ ਵਾਲੇ ਬੱਚੇ ਨੇ ਉਹ ਐਟਲੀਸਟ ਇੱਧਰੋਂ ਨੰਬਰ ਲੈ ਕੇ ਆਉਣਗੇ ਤੇ ਉੱਧਰ ਵੀ ਜਿਹੜਾ ਆਮ ਨੋਰਮਲ ਬੱਚਾ ਦੇਖੋ ਜੀਐਸ 'ਚ 50 ਕੁਐਸਚਨ ਹੁੰਦੇ ਸੀ ਸਹੀ ਜਿਹੜੇ ਇੱਕ ਐਵਰੇਜ ਐਸਟੀਮੇਟ ਹੈ
ਤੇ ਇੱਥੇ ਜੀਐਸ ਚੋਂ ਐਟਲੀਸਟ ਤੁਸੀਂ 55 ਸਹੀ ਕਰਕੇ ਆਓਗੇ। 55 ਸਹੀ ਕਰਨ ਵਾਲਾ ਪੇਪਰ ਇਹ ਸੀਗਾ। ਤਾਂ ਜੇ ਆਪਾਂ ਇਹਦਾ ਰਫ ਐਸਟੀਮੇਟ ਲਾਈਏ ਤਾਂ 100 ਇਧਰੋਂ ਬਣ ਗਏ ਜੀਐਸ ਚੋਂ ਤੇ 125 ਤੇ 12.5 137.5 ਇਧਰੋਂ ਬਣ ਗਏ। ਦੇਖੋ ਇਹ ਤਾਂ ਬਣ ਗਏ 237.5 ਤਾਂ ਐਟਲੀਸਟ ਇਹ ਬਣ ਰਹੇ ਨੇ, ਜਿਸ ਤੋਂ ਉੱਪਰ ਕੱਟ ਆਫ ਜਾਊਗੀ ਹੀ ਜਾਊਗੀ। ਐਵੇਂ ਵਹਿਮ 'ਚ ਰਹਿਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਕਿ ਭਾਈ ਮੇਰੇ 230 ਬਣਦੇ ਤੇ ਆਪਾਂ ਸਾਰੀ ਦਿਨ ਅਰਦਾਸਾਂ ਕਰੀ ਜਾਈਏ ਕਿ ਭਾਈ 230 ਉਹ ਚਲੇ ਜੇ ਕੱਟ ਆਫ। ਇਹ ਮੈਂ ਤੁਹਾਨੂੰ ਪੱਕਾ ਕਹਿ ਸਕਦਾ ਕਿ ਕੱਟ ਆਫ ਐਟਲੀਸਟ 237.5 ਜਾਊਗੀ। ਕਿਸੇ ਬੱਚੇ ਦੇ ਇਸ ਤੋਂ ਇਹਦੇ ਨੇੜੇ 235 ਤੋਂ ਉੱਪਰ ਨੇ ਤਾਂ ਉਹਨੂੰ ਹਲੇ ਆਪਣੀ ਤਿਆਰੀ ਕਰਨੀ ਚਾਹੀਦੀ ਹੈ ਮੇਨਸ ਪੀਸੀਐਸ ਦੇ ਮੇਨਸ ਦੀ। ਕਿਉਂਕਿ ਮੰਨ ਲਓ ਹੁਣ ਤੁਸੀਂ ਤਿਆਰੀ ਨਹੀਂ ਕਰਦੇ ਤੇ ਕੱਟ ਆਫ ਇੰਨੀ 240 ਤੱਕ ਹੀ ਰਹਿ ਜਾਂਦੀ ਹੈ ਤਾਂ ਉਹ ਤੁਹਾਡਾ ਮਹੀਨਾ ਖਰਾਬ ਹੋ ਜਾਊਗਾ ਤੇ ਮੇਜ਼ ਦਾ ਫਿਰ ਉਸ ਤੋਂ ਦੇਣ ਦਾ ਤਾਂ ਕੋਈ ਫਾਇਦਾ ਹੀ ਨਹੀਂ। ਉਸ ਤੋਂ ਵਧੀਆ ਤਾਂ ਇਹੀ ਹੈ ਜੇ ਤੁਹਾਡੇ 240 ਦੇ ਅਰਾਊਂਡ ਬਣਦੇ 240 ਤੋਂ ਉੱਪਰ, ਤੇ ਜੇ ਕਿਸੇ ਦੇ 250 ਤੇ 260 ਤੱਕ ਹੈਗੇ ਨੇ ਉਸ ਤੋਂ ਉੱਪਰ ਨੇ ਤਾਂ ਉਹਦਾ ਪੱਕਾ ਹੀ ਤਿਆਰੀ ਕਰੇ। ਇਹ ਤਾਂ ਗੱਲ ਹੋ ਗਈ ਆਪਣੇ ਕੱਟ ਆਫ ਦੀ ਕਿ ਕਿੰਨੀ ਕੁ ਜਾ ਸਕਦੀ ਹੈ। ਦੇਖੋ ਸਿੱਧੀ ਸਪਸ਼ਟ ਗੱਲ ਹੈ, ਇਹ ਨਹੀਂ ਹੈ ਕਿ ਬੱਚਿਆਂ ਨੂੰ ਐਵੇਂ ਗੁੰਮਰਾਹ ਕਰਨ ਲਈ ਆਪਾਂ ਕਹਿ ਦਈਏ ਕਿ 220 ਜਾਊਗੀ। ਪੇਪਰ ਬਹੁਤ ਔਖਾ ਸੀ, ਪੇਪਰ ਨੋ ਡਾਊਟ ਕਿ ਔਖਾ ਸੀਗਾ, ਪਰ ਇੰਨਾ ਔਖਾ ਵੀ ਨਹੀਂ ਸੀਗਾ ਕਿ ਕੱਟ ਆਫ 292 ਤੋਂ ਗਿਰ ਕੇ 220-30 ਤੇ ਚਲੇ ਜਾਊਗੀ। ਤਾਂ ਇਹ ਹੋ ਗਈ ਗੱਲ। ਹੁਣ ਆਪਾਂ ਸੀ ਸੈਟ ਸਪੈਸੀਫਿਕਲੀ ਗੱਲ ਕਰੀਏ, ਜੀਐਸ ਦੇ ਅਸੀਂ ਪਹਿਲੇ ਹੀ ਸਾਰੀ ਐਨਾਲਿਸਿਸ ਪਾ ਚੁੱਕੇ ਹਾਂ, ਹਰੇਕ ਕੁਐਸਚਨ ਦੀ ਕਿਵੇਂ ਕਰਨਾ ਚਾਹੀਦਾ, ਕਿਹੜੇ ਛੱਡਣ ਵਾਲੇ ਸੀ, ਉਹ ਪਲੀਜ਼ ਇੱਕ ਵਾਰ ਜਾ ਕੇ ਦੇਖ ਲਓ ਜੇ ਤੁਸੀਂ ਨਹੀਂ ਦੇਖੀ। ਤਾਂ ਹੁਣ ਜੇ ਆਪਾਂ ਸਪੈਸੀਫਿਕਲੀ ਇਹਦੀ ਗੱਲ ਕਰੀਏ ਸੀ ਸੈਟ ਦੀ, ਤਾਂ ਇਹ 'ਚ ਜਿਹੜੇ ਡੀਆਈ ਆਏ ਨੇ ਉਹ 7 ਤੋਂ 8 ਡੀਆਈ ਆਏ ਨੇ। ਹੁਣ ਮੇਜਰ ਇਹ 'ਚ ਕੀ ਹੁੰਦਾ, ਦੇਖੋ ਜਿਹੜੇ ਤਾਂ ਬੱਚੇ ਯੂਪੀਐਸਸੀ ਕਰਦੇ ਨੇ ਉਹਨਾਂ ਦਾ ਇੰਸਟਿੰਕਟ ਬਣਿਆ ਹੁੰਦਾ ਕਿ ਯੂਪੀਐਸਸੀ 'ਚ ਕਿਹੜਾ ਕੁਐਸਚਨ ਦੇਖ ਕੇ ਉਹ ਛੱਡਣਾ, ਕਿਹੜਾ ਕਰਨਾ, ਕਿਹੜਾ ਬਾਅਦ 'ਚ ਕਰਾਂਗੇ, ਕਿਹੜਾ ਪਹਿਲੇ ਕਰਾਂਗੇ। ਪਰ ਕਿਉਂਕਿ ਆਪਣਾ ਸੀ ਸੈਟ 'ਚ ਉਨਾ ਜ਼ੋਰ ਨਹੀਂ ਲੱਗਦਾ ਤਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਕਿਹੜਾ ਕੁਐਸਚਨ ਕਰਨਾ ਚਾਹੀਦਾ ਪਹਿਲੇ, ਕਿਹੜਾ ਨਹੀਂ ਕਰਨਾ ਚਾਹੀਦਾ। ਜੇ ਆਪਾਂ ਨੂੰ ਕੱਲਾ ਇਹ ਇੰਸਟਿੰਕਟ ਹੁੰਦਾ ਕਿ ਕਿਹੜਾ ਕੁਐਸਚਨ ਹੁਣ ਕਰਨਾ, ਕਿਹੜਾ ਨਹੀਂ ਕਰਨਾ, ਜਾਂ ਕਿਹੜਾ ਹੁਣ ਕਰ ਲਈਏ ਜੇ ਟਾਈਮ ਬਚਿਆ ਤਾਂ ਬਾਅਦ 'ਚ ਕਰਾਂਗੇ, ਤਾਂ ਵੀ ਆਪਣੇ ਐਟਲੀਸਟ 55 ਤੋਂ 60 ਕੁਐਸਚਨ ਸਹੀ ਹੋ ਜਾਣੇ ਸੀ। ਜਿਹੜੇ ਬੱਚੇ ਕਹਿ ਰਹੇ ਨੇ ਕਿ ਪੇਪਰ ਬਹੁਤ ਲੈਂਥੀ ਸੀ, ਕੰਪਲੀਟ ਹੀ ਨਹੀਂ ਹੋਇਆ, ਤਾਂ ਉਹ ਤਾਂ ਹੀ ਹੈ ਕਿਉਂਕਿ ਆਪਣਾ ਹਲੇ ਇੰਸਟਿੰਕਟ ਨਹੀਂ ਡਿਵੈਲਪ ਹੋਇਆ ਕਿਸੇ ਵੀ ਸੀ ਸੈਟ ਦੇ ਪੇਪਰ ਨੂੰ ਕਰਨ ਦਾ। ਤਾਂ ਹੁਣ ਜਿਵੇਂ ਇਹ 'ਚ ਮੈਂ ਤੁਹਾਡੀ ਗੱਲ ਕਰਾਂ ਕਿ ਕਿਹੜੇ ਆਪਾਂ ਨੂੰ ਡੀਏ ਸਭ ਤੋਂ ਪਹਿਲੇ ਕਰਨੇ ਚਾਹੀਦੇ ਸੀ, ਪਹਿਲਾਂ ਤੁਸੀਂ ਛੱਡ ਸਕਦੇ ਸੀ ਬਾਅਦ ਵਾਸਤੇ। ਹੁਣ ਜਿਵੇਂ ਆ ਹੈ, ਜੇ ਕਿਸੇ ਨੂੰ ਕ੍ਰਿਕਟ ਬਾਰੇ ਨੌਲੇਜ ਹੈ ਤਾਂ ਉਹਦਾ ਵੈਸੇ ਵੀ ਉਹ ਦਿਮਾਗ ਉਸ ਤਰ੍ਹਾਂ ਚੱਲੂਗਾ ਕਿ ਐਵਰੇਜ ਕਿਵੇਂ ਨਿਕਲਦੀ ਹੈ, ਕਿੰਨੀ ਇਨਿੰਗਾਂ ਖੇਡੂਗਾ, ਉਹ ਸਾਰਾ। ਤਾਂ ਇਹ ਬਹੁਤ ਸੌਖਾ ਕੁਐਸਚਨ ਸੀਗਾ। ਇਹ ਤਿੰਨ ਕੁਐਸਚਨ ਤੁਸੀਂ ਅਪਰੋਕਸ 3 ਤੋਂ 4 ਮਿੰਟਾਂ 'ਚ ਕਰ ਦਿੰਦੇ, ਮਤਲਬ ਇੱਕ ਕੁਐਸਚਨ ਨੂੰ 1 ਮਿੰਟ, ਚਾਹੇ ਡੀਆਈ ਦਾ ਸੀਗਾ ਤੁਸੀਂ ਨਾਲ ਦੀ ਨਾਲ ਕਰ ਦਿੰਦੇ। ਇਹ ਗੱਲ ਹੋ ਗਈ। ਉਸ ਤੋਂ ਬਾਅਦ ਇਹ ਵੀ ਸੌਖਾ ਸੀਗਾ, ਸਿੱਧਾ ਵੈਲਿਊਆਂ ਚੱਕਣੀਆਂ ਸੀ ਤੇ ਪੁੱਟ ਕਰਨੀਆਂ ਸੀ। ਉਸ ਤੋਂ ਬਾਅਦ 8-9 ਇਹ ਫੇਰ ਵੀ ਚਾਹੇ ਤੁਸੀਂ ਜੇ ਤੁਹਾਨੂੰ ਗ੍ਰਾਫ ਦੇਖਣੇ ਔਖੇ, ਦੇਖੋ ਇਹ 'ਚ ਪਿਕਟੋਰੀਅਲ ਇਹ 'ਚ ਸਿੱਧਾ ਤੁਹਾਨੂੰ ਡਾਟਾ ਦਿੱਤਾ ਹੋਇਆ, ਇਹ 'ਚ ਤੁਹਾਨੂੰ ਡਿਡਿਊਸ ਨਹੀਂ ਕਰਨਾ ਪੈਣਾ। ਇਹ ਤੁਸੀਂ ਦੇਖੋਗੇ ਨਾਲ ਦੀ ਨਾਲ ਵੈਲਿਊ ਪੁੱਟ ਕਰ ਦੋਗੇ ਤਾਂ ਤੁਹਾਡਾ ਇੰਨਾ ਐਫਰਟ ਨਹੀਂ ਲੱਗਦਾ। ਪਰ ਜਦੋਂ ਪਾਈ ਚਾਰਟ ਆ ਜਾਂਦੇ ਸਾਈਕੋਲੋਜੀਕਲੀ ਬੰਦੇ ਨੂੰ ਐਵੇਂ ਲੱਗਣ ਲੱਗ ਜਾਂਦਾ ਕਿ ਇਹਨੂੰ ਡਿਡਿਊਸ ਕਰਨਾ ਪੈਣਾ। ਚਾਹੇ 100 ਦਾ ਹੀ ਹੈ, ਇਹ 100 ਦਾ 11% 11 ਹੀ ਆ ਜਾਊਗਾ, ਮੈਂ ਵੈਸੇ ਰਫ ਐਸਟੀਮੇਟ ਦੇ ਰਿਹਾ ਕਿ ਪਰ ਇਹਨੂੰ ਜਦੋਂ ਡਿਡਿਊਸ ਕਰਨਾ ਪੈਂਦਾ ਉਦੋਂ ਆਪਾਂ ਨੂੰ ਦਿੱਕਤ ਆਉਣ ਲੱਗ ਜਾਂਦੀ। ਤਾਂ ਇਹੋ ਜਿਹੇ ਡੀਆਈ ਆਪਾਂ ਲਾਸਟ 'ਚ ਕਰਨੇ ਹੁੰਦੇ ਨੇ, ਜਿਨ੍ਹਾਂ 'ਚ ਵੈਲਿਊ ਸਿੱਧੀ ਦਿੱਤੀ ਹੋਈ ਉਹ ਆਪਾਂ ਡੀਆਈ ਪਹਿਲੇ ਕਰਨੇ। ਮੈਂ ਤੁਹਾਨੂੰ ਸਾਰਾ ਤਾਂ ਸਮਝਾ ਰਿਹਾ ਕਿ ਹੁਣ ਅਗਲਾ ਆਪਣਾ ਨਾਇਬ ਤਹਿਸੀਲਦਾਰ ਦਾ ਪੇਪਰ ਆ ਰਿਹਾ ਹੈ, ਉਹਦੇ ਤੁਸੀਂ ਕਿਸ ਤਰ੍ਹਾਂ ਆਪਣੇ ਪੇਪਰ ਨੂੰ ਪਲਾਨ ਕਰ ਸਕਦੇ ਹੋ ਕਿ ਜੇ ਇਸੇ ਲੈਵਲ ਦਾ ਪੇਪਰ ਹੈ ਜਿਸ 'ਚ ਡੀਆਈ ਪੂਰੀ ਭਰੀ ਹੋਈ ਹੋਵੇ ਤਾਂ ਉਹਨੂੰ ਤੁਸੀਂ ਕਿਵੇਂ ਅਪਰੋਚ ਕਰਨਾ ਉਸ ਪੇਪਰ ਨੂੰ। ਤਾਂ ਇਹ ਗੱਲ ਹੋਈ। ਤਾਂ ਇਹਨੂੰ ਚਾਹੇ ਆਪਾਂ ਬਾਅਦ 'ਚ ਕਰ ਸਕਦੇ ਸੀ, ਉਹਦੇ ਵਿੱਚ ਆ ਹੈ। ਇਹ ਫੇਰ ਵੀ ਸੌਖਾ ਸੀ ਕਿ ਡਾਇਰੈਕਸ਼ਨਾਂ ਨਾਲ ਇਹ ਖੇਲ ਹੈ ਸਾਰੀ, ਇਹ ਰੀਜ਼ਨਿੰਗ ਦੀ ਡੀਆਈ ਸੀ, ਇਹ 'ਚ ਕੋਈ ਕੁਆਂਟ ਨਹੀਂ ਸੀਗਾ। ਹੁਣ ਜੇ ਇਹ ਤੁਹਾਨੂੰ ਪਤਾ ਹੋਵੇ ਕਿ ਪਹਿਲੇ ਆ ਰੀਜ਼ਨਿੰਗ ਦੀ ਡੀਆਈ ਫੇਰ ਵੀ ਥੋੜੀ ਈਜ਼ੀ ਹੈ ਕੁਆਂਟ ਨਾਲੋਂ, ਜੇ ਤੁਹਾਡੀ ਕੈਲਕੂਲੇਸ਼ਨ ਵੀਕ ਹੈ ਤਾਂ ਤੁਸੀਂ ਇਹ ਚੱਕੋਗੇ ਸਭ ਤੋਂ ਪਹਿਲੇ ਡੀਆਈ, ਇਹ ਕਰ ਸਕਦੇ ਸੀਗੇ। ਠੀਕ ਹੈ ਜੀ। ਉਸ ਤੋਂ ਬਾਅਦ ਤਾਂ ਇੰਗਲਿਸ਼ ਆ ਗਈ। ਇੰਗਲਿਸ਼ ਫੇਰ ਵੀ ਕਾਫੀ ਈਜ਼ੀ ਸੀਗੀ, ਚਾਹੇ ਕੁਐਸਚਨ ਸਿਰਫ ਇਹ 'ਚ ਬਹੁਤ ਕਿੰਨੇ ਆਏ ਨੇ, 7 ਹੀ ਆਏ ਨੇ, ਪਰ ਇਹ ਕਾਫੀ ਸੌਖੀ ਸੀ। ਜਿਵੇਂ ਇਹਦਾ ਆਂਸਰ ਇਟਸ ਫਾਈਨਲੀ ਐਂਡ ਮਾਈ ਡੌਗ ਇਜ਼ ਹੈਪੀਲੀ ਵੇਵਿੰਗ ਇਟਸ ਟੇਲ, ਤਾਂ ਇਹ 'ਚ ਸਿਰਫ ਇਟਸ ਤੇ ਇਟਸ ਆਹ ਜਿਹੜਾ ਫਸਟ ਨਾਊਨ ਹੈ ਤਾਂ ਡੌਗ ਵਾਲੇ ਤੇ ਵੈਰੀ ਕਰਦਾ ਸੀ ਕਿ ਕਿੱਥੇ ਆਈਟੀ ਪੋਸਟ ਆਫ ESS ਆਊਗਾ ਤੇ ਸਿੱਧਾ ਇਟਸ ਆਊਗਾ, ਕਾਫੀ ਸੌਖਾ ਸੀ। ਤੇ ਇੱਧਰ ਵੈਨ ਆਈ ਮੈਟ ਹਰ ਲਾਸਟ ਵੀਕ ਸ਼ੀ ਸੀਮ ਟੂ ਬੀ ਅੰਡਰ ਦਾ ਵੈਦਰ,
ਇਹ ਕਾਫੀ ਸੌਖੇ ਤਾਂ ਆਪਾਂ ਨਾਰਮਲੀ ਯੂਜ਼ ਕਰਦੇ ਹਾਂ। ਤਾਂ ਇੰਗਲਿਸ਼ ਕਾਫੀ ਸੌਖੀ ਸੀ। ਇਹ ਤੇ ਜਿਵੇਂ ਕਮਿਊਨੀਕੇਸ਼ਨ ਦੀ ਗੱਲ ਕਰੀਏ, ਸਿਰਫ 2 ਕੁਐਸਚਨ। ਜਿਵੇਂ ਪਿਛਲੇ ਸਾਲ ਆਪਾਂ ਦੇਖਿਆ ਸੀ ਕਿ ਪੰਜਾਬ ਦੇ ਪੀਸੀਐਸ ਦੇ ਸੀ ਸੈਟ ਦੇ ਵਿੱਚ 6 ਕੁਐਸਚਨ ਸੀਗੇ ਕਮਿਊਨੀਕੇਸ਼ਨ ਦੇ, ਤਾਂ ਇਸ ਸਾਲ ਉਹ ਵੀ ਘਟਾ ਕੇ 6 ਤੋਂ ਸਿੱਧੇ 2 ਕਰਤੇ, ਯਾਨੀ ਕਿ 66% ਦਾ ਡਿਕਰੀਜ਼ ਆਇਆ ਕਮਿਊਨੀਕੇਸ਼ਨ ਦੇ ਵੇਟੇਜ ਦੇ ਵਿੱਚ। ਤਾਂ ਉਹੀ ਦੇਖ ਸਕਦੇ ਹੋ ਕਿ ਜਿੰਨੇ ਇੱਥੋਂ ਕੁਐਸਚਨ ਤੋੜੇ ਗਏ ਨੇ, ਚਾਹੇ ਇੰਗਲਿਸ਼ ਤੋਂ, ਚਾਹੇ ਪੰਜਾਬੀ ਤੋਂ, ਚਾਹੇ ਕਮਿਊਨੀਕੇਸ਼ਨ ਤੋਂ, ਉਹ ਸਾਰੇ ਆਪਣੇ ਡੀਆਈ ਚ ਪਾਤੇ ਉਹਨਾਂ ਨੇ, ਜਿਹਦੇ ਨਾਲ ਕਿ ਆਪਣਾ ਪੇਪਰ ਲੈਂਥੀ ਹੋ ਗਿਆ ਤੇ ਆਪਣੀ ਕੱਟ ਆਫ ਥੱਲੇ ਆਊਗੀ। ਤਾਂ ਇਹਦਾ ਆਨਸਰ ਹੋ ਗਿਆ ਪੈਸਿਵ ਐਗਰੈਸਿਵ ਔਰ ਮੈਨੀਪੂਲੇਟਿਵ ਵਿਨ ਵਿਨ ਨੈਗੋਸ਼ੀਏਟਰ। ਇਹ ਕਾਫੀ ਸੌਖੇ ਕੁਐਸਚਨ ਸੀ, ਹਾਰਡਲੀ ਅੱਧੇ ਮਿੰਟ 'ਚ ਤੁਹਾਡੇ ਦੋਨੋਂ ਕੁਐਸਚਨ ਹੋ ਜਾਣੇ ਸੀ। ਆਨਸਰ ਕੀ ਤਾਂ ਆਪਣੇ ਕੋਲ ਸਾਰੀ ਆਈ ਹੋਈ ਹੈ, ਤਾਂ ਇਸੇ ਕਰਕੇ ਆਪਾਂ ਆਨਸਰ ਨਹੀਂ ਡਿਸਕਸ ਕਰ ਰਹੇ, ਬਸ ਇਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਤੁਹਾਨੂੰ ਪੇਪਰ ਕਰਨਾ ਚਾਹੀਦਾ ਸੀ, ਕਿਹੜੀ ਚੀਜ਼ਾਂ ਪਹਿਲੇ ਕਰਨੀਆਂ ਸੀ। ਹੁਣ ਜਿਵੇਂ ਆ ਕਮਿਊਨੀਕੇਸ਼ਨ ਦੇ ਨੇ 3 ਕੁਐਸਚਨ, ਚਾਹੇ ਤੁਸੀਂ ਇਹ ਤਾਂ ਇੱਕ ਅੱਧੇ ਮਿੰਟ ਦੇ ਨੇ, ਜੇ ਜਾਂ ਤਾਂ ਤੁਸੀਂ ਪੜ੍ਹ ਕੇ ਕਰ ਦੋਗੇ ਜਾਂ ਨਹੀਂ ਕਰੋਗੇ, ਇਹ 'ਚ ਉਹਨਾਂ ਕੋਈ ਮੁੱਦਾ ਨਹੀਂ ਹੈਗਾ। ਤਾਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਅੱਗੇ ਆ ਜਾਂਦੇ ਨੇ ਕਾਉਂਟ ਦੇ ਜਿਹੜੇ ਸਿੰਗਲ ਕੁਐਸਚਨਸ ਹੁੰਦੇ ਨੇ। ਤਾਂ ਉਹਦੇ ਵਿੱਚ ਵੀ ਕਾਫੀ ਸੌਖੇ ਕੁਐਸਚਨ ਸੀਗੇ। ਜੇ ਮੈਂ ਤੁਹਾਨੂੰ ਗੱਲ ਕਰਾਂ ਤਾਂ ਜਿਵੇਂ ਕਿ ਇਹ ਹੋ ਗਿਆ ਕੁਐਸਚਨ, ਕਾਫੀ ਸਿੰਪਲ ਕੁਐਸਚਨ ਸੀ। ਤਾਂ ਕਹਿੰਦੇ ਕਿ 8 ਘੜੀ 'ਚ ਉਹੀ ਵੱਧਦੇ ਜਾਂ 8 ਵਜੂ ਜਾਂ 9 ਵਜੂ, 10 11 11, 12 1 1 ਆਹ ਵਜੂ। ਤਾਂ ਕਹਿੰਦੇ ਇਹਨਾਂ ਇਹੋ ਜਿਹੇ ਕਿਹੜੇ 2 ਹੋਣਗੇ ਜਿਨ੍ਹਾਂ ਦੇ ਵਿੱਚ ਸਭ ਤੋਂ ਘੱਟ ਟਾਈਮ ਡਿਫਰੈਂਸ ਹੋਊਗਾ। ਤਾਂ ਇਹ ਕਾਫੀ ਸਿੰਪਲ ਸੀਗਾ, 12 ਤੇ 1 1 ਦੇ ਵਿੱਚ ਸਭ ਤੋਂ ਘੱਟ ਟਾਈਮ ਡਿਫਰੈਂਸ ਹੋਊਗਾ। ਦੇਖੋ ਇੱਥੇ ਆ ਗਏ 48 ਮਿੰਟਸ ਇਹ ਤੇ ਇੱਕ ਆਹ +1 49। ਸਮੋਲਰ ਟਾਈਮ ਡਿਫਰੈਂਸ ਬਿਟਵੀਨ 2 ਮਿੰਟਸ 49। ਦੇਖੋ 20 ਸਕਿੰਟਾਂ ਦਾ ਇਹ ਆਨਸਰ ਸੀਗਾ। ਪਰ ਜੇ ਤੁਸੀਂ ਪੇਪਰ 'ਚ ਪੈਨਿਕ ਦੇ ਵਿੱਚ ਹੋਵੋਗੇ ਤਾਂ ਓਬਵੀਅਸਲੀ ਇਹ ਤੁਹਾਨੂੰ ਕੁਐਸਚਨ ਪਹਿਲੇ ਤਾਂ ਪੜ੍ਹਨਾ ਬਹੁਤ ਔਖਾ ਲੱਗੋ, ਪਤਾ ਨਹੀਂ ਕਿ ਕਿੰਨਾ ਹੀ ਆਪਾਂ ਆਪਣਾ ਵੈਸੇ ਸਾਈਕੋਲੋਜੀਕਲੀ ਇਹ ਹੁੰਦਾ ਕਿ ਕਿੰਨਾ ਹੀ ਔਖਾ ਕੁਐਸਚਨ ਹੈ ਇਹ, ਕਿ ਕਲੌਕਸ 'ਚੋਂ ਕੁਐਸਚਨ ਆ ਗਿਆ, ਕਾਫੀ ਫਾਰਮੂਲੇ ਲੱਗਣਗੇ। ਪਰ ਉਹੀ ਹੈ, ਜੇ ਤੁਹਾਨੂੰ ਪੇਪਰ ਅਟੈਂਪਟ ਕਰਨ ਦਾ ਤਰੀਕਾ ਹੈਗਾ ਕਿ ਪੇਪਰ ਅਟੈਂਪਟ ਕਿਵੇਂ ਕਰਨਾ, ਕਿਹੜੀ ਚੀਜ਼ ਪਹਿਲੇ ਕਰਨੀ ਹੈ, ਕਿਹੜੀ ਛੱਡਣੀ ਹੈ, ਕਿਹੜੇ ਹਿਸਾਬ ਨਾਲ ਪੇਪਰ ਨੂੰ ਆਪਾਂ ਸਿਰਫ ਅਟੈਂਪਟ ਕਰਨਾ ਹੀ ਆ ਜਾਵੇ, ਤਾਂ ਵੀ ਆਪਾਂ ਇਸ ਪੇਪਰ 'ਚ ਬੜੀ ਆਰਾਮ ਨਾਲ 45 ਤੋਂ 50 ਕੁਐਸਚਨ ਕਰਕੇ ਆ ਸਕਦੇ ਸੀ, ਜਿਹਦੇ ਨਾਲ ਆਪਣੀ ਅੱਗੇ ਜਾ ਕੇ ਐਕੂਰੇਸੀ ਵੀ ਵਧੂਗੀ। ਇਹ ਸਾਰਾ ਕੁਝ ਮੈਂ ਤੁਹਾਨੂੰ ਇਸ ਲਈ ਸਮਝਾ ਰਿਹਾ ਕਿ ਆਪਣਾ ਅੱਗੇ ਨਾਇਬ ਤਹਿਸੀਲਦਾਰ ਦਾ ਪੇਪਰ ਆ ਰਿਹਾ ਹੈ, ਉਹਦੇ 'ਚ ਆਪਾਂ ਕਿਸ ਤਰ੍ਹਾਂ ਨਾਲ ਤਿਆਰੀ ਕਰਨੀ ਹੈ ਤੇ ਕਿਵੇਂ ਅਟੈਂਪਟ ਕਰਨਾ ਹੈ। ਇਹਦੇ ਵਾਸਤੇ ਸਭ ਤੋਂ ਜ਼ਰੂਰੀ ਇਹ ਹੈ ਕਿ ਤੁਸੀਂ ਬਹੁਤ ਸਾਰੇ ਟੈਸਟ ਸੋਲਵ ਕਰੋ। ਲੋਕੀ ਕੀ ਕਰਦੇ ਨੇ, ਚੀਜ਼ਾਂ ਕਰ ਲੈਂਦੇ ਨੇ, ਕੰਸੈਪਟ ਕਰ ਲੈਂਦੇ ਨੇ, ਹਾਂ 1 2 ਪ੍ਰੈਕਟਿਸ ਕਰ ਲਏ, ਪਰ ਪੇਪਰ ਨਹੀਂ ਸੋਲਵ ਕਰਦੇ। ਉਹਦਾ ਮੇਨ ਆਪਾਂ ਨੂੰ ਖਾਮਿਆਜ਼ਾ ਇਹ ਹੁੰਦਾ ਕਿ ਆਪਾਂ ਨੂੰ ਇਹੀ ਨਹੀਂ ਪਤਾ ਲੱਗਦਾ, ਇੰਸਟਿੰਕਟ ਨਹੀਂ ਡਿਵੈਲਪ ਹੁੰਦਾ ਆਪਣਾ ਕਿ ਪੇਪਰ ਸੋਲਵ ਕਿਵੇਂ ਕਰਨਾ, ਕਿਹੜਾ ਪੇਪਰ 'ਚ ਜਾ ਕੇ ਕਿਹੜੀ ਚੀਜ਼ਾਂ ਪਹਿਲੇ ਕਰਨੀਆਂ, ਕਿਹੜੀਆਂ ਬਾਅਦ 'ਚ। ਘਰੇ ਬੈਠੇ ਤਾਂ ਆਪਾਂ ਚਾਹੇ 1 ਕੁਐਸਚਨ ਤੇ 10 ਮਿੰਟ ਲਾ ਦਈਏ, ਆਪਾਂ ਉਹ ਕਿ ਆਪਣੇ ਤੇ ਪ੍ਰੈਸ਼ਰ ਨਹੀਂ ਆਉਂਦਾ। ਪਰ ਉੱਥੇ ਜੇ ਆਪਣਾ 1 ਮਿੰਟ ਦੀ ਜਗ੍ਹਾ 3 ਮਿੰਟ ਵੀ ਲੱਗੇ ਕਿਸੇ ਕੁਐਸਚਨ ਉੱਤੇ, ਆਪਣਾ ਅਗਲਾ ਕੁਐਸਚਨ ਗਲਤ ਹੋਣ ਦੇ ਬਹੁਤ ਚਾਂਸਿਸ ਵੱਧ ਜਾਂਦੇ ਨੇ। ਤਾਂ ਇਹ ਹੋ ਗਈ ਮੇਨ ਗੱਲ ਕਿ ਪੇਪਰ ਅਟੈਂਪਟ ਕਿਵੇਂ ਕਰਨਾ। ਉਸ ਤੋਂ ਬਾਅਦ ਹੁਣ ਜਿਵੇਂ ਆਹ ਕੁਐਸਚਨ ਹੈ, ਰੀਜ਼ਨਿੰਗ ਦਾ ਕੁਐਸਚਨ ਹੈ। ਵੈਸੇ ਤਾਂ ਅੱਗੇ ਜਿਹੜੇ ਸਾਇਲੋਜਿਜ਼ਮ ਆਉਂਦੇ ਸੀ ਉਹ ਕਾਫੀ ਸਿੰਪਲ ਆਉਂਦੇ ਸੀਗੇ, ਪਰ ਇਹਦੇ 'ਚ ਕੀ ਹੋਇਆ ਕਿ ਪਹਿਲੇ ਤਾਂ ਇਹਨਾਂ ਨੇ 6 ਸਟੇਟਮੈਂਟਾਂ ਦੇ ਦਿੱਤੀਆਂ ਤੇ ਅੱਗੇ ਕਹਿੰਦੇ ਇਹਨਾਂ 'ਚੋਂ ਕਿਹੜੇ ਇੱਕ ਵੈਲਿਡ ਕਲੇਮ ਬਣਾਉਣਗੇ, ਕਿ ਤੁਸੀਂ ਇੱਕ ਤੋਂ ਬਾਅਦ ਇੱਕ, ਜਿਵੇਂ ਪਹਿਲੇ ਦੂਜੇ ਨੂੰ ਚੱਕਿਆ, ਫਿਰ ਤੀਜੇ ਨੂੰ ਚੱਕਿਆ, ਪੰਜਵੇਂ ਨੂੰ ਚੱਕਿਆ, ਉਹਦੇ ਬਾਅਦ ਜਿਹੜਾ ਪੰਜਵੇਂ 'ਚ ਬਣੂਗਾ, ਜੇ ਤਿੰਨੋਂ ਸੀਕੁਐਂਸ 'ਚ ਜਾ ਰਹੇ ਨੇ, ਵੈਲਿਡ ਕਲੇਮ ਬਣ ਰਹੇ, ਤਾਂ ਇਹਦੀ ਤੁਹਾਨੂੰ ਚਾਰੋਂ ਚੈੱਕ ਕਰਨੇ ਪੈਣਗੇ। ਇਹ ਤੁਹਾਡੀ ਕਿਸਮਤ ਹੈ, ਜੇ ਪਹਿਲੇ ਹੀ ਜਿਹੜਾ ਤੁਸੀਂ ਚੱਕਿਆ ਉਹੀ ਸਾਰਾ ਵੈਲਿਡ ਕਲੇਮ ਬਣ ਗਿਆ, ਉਹ ਤੁਹਾਡਾ ਆਨਸਰ ਸਹੀ ਆ ਜਾਊਗਾ। ਪਰ ਇਹ ਕਾਫੀ ਟਾਈਮ ਕੰਜ਼ਿਊਮਿੰਗ ਹੈ ਐਜ਼ ਕੰਪੇਅਰ ਟੂ ਜੇ ਪਿਛਲੇ ਸਾਲ ਸਾਇਲੋਜਿਜ਼ਮ ਆਉਂਦੇ ਸੀ। ਇਹ ਕਾਫੀ ਈਜ਼ੀ ਕੁਐਸਚਨ ਸੀਗਾ, ਰੀਜ਼ਨਿੰਗ ਦਾ ਐਜ਼ ਆ ਪਜ਼ਲ ਟਾਈਪ ਕੁਐਸਚਨ ਹੈ। ਇਹ ਈਜ਼ੀ ਕੁਐਸਚਨ ਸੀ, ਇਹਨੂੰ ਵੀ ਵੈਸੇ ਆਪਾਂ ਈਜ਼ੀ ਦੀ ਕੈਟੇਗਰੀ 'ਚ ਹੀ ਰੱਖਾਂਗੇ ਕਿ ਇਹ ਸੋਲਵ ਹੁੰਦਾ ਸੀਗਾ। ਉਸ ਤੋਂ ਬਾਅਦ ਇਹ ਵੀ ਈਜ਼ੀ ਕੁਐਸਚਨ, ਈਵਨ ਦੋ ਕਿ ਤੁਹਾਨੂੰ ਚਾਰੋਂ ਚੈੱਕ ਕਰਨੇ ਪੈਣੇ ਸੀ। ਇਹ 'ਚ ਬਸ ਇਹ ਥੋੜ੍ਹਾ ਟ੍ਰਿਕ ਸੀਗਾ, ਇਹ 'ਚ ਤੁਸੀਂ ਇੱਕ ਜਿਹੜਾ ਤੁਸੀਂ ਕੱਢ ਸਕਦੇ ਸੀਗੇ ਉਹ ਸਿਰਫ ਇਹ ਸੀ ਕਿ ਆਜ ਇਹਦੇ ਨਾਲ ਉਸ ਆਖਿਰ 'ਚ ਸਿਸਟਰ ਬਣਦਾ ਸੀ, ਜੇ ਤੁਹਾਨੂੰ ਸ਼ਾਰਟ ਟ੍ਰਿਕਸ ਆਉਂਦੀਆਂ ਨੇ। ਹਾਂ, ਤਾਂ ਉਸ ਤੋਂ ਬਾਅਦ ਇਹ ਵੀ ਈਜ਼ੀ ਦੀ ਕੈਟੇਗਰੀ 'ਚ ਆਊਗਾ। ਈਜ਼ੀ ਈਜ਼ੀ ਇਹ ਵੀ ਈਜ਼ੀ, ਇਹ ਤਾਂ ਬਹੁਤ ਹੀ ਸਿੰਪਲ ਕੁਐਸਚਨ ਜਿਹਦਾ 84 ਆ ਜਾਊਗਾ। ਤਾਂ ਉਹ ਕਹਿੰਦੇ ਕਿ 30 ਸੈਂਟੀਮੀਟਰ ਦੀ ਇੱਕ ਬੁੱਕ ਹੈ,
ਇੱਕ ਜਿਹੜੀ ਪਹਿਲੀ ਜਿਲਦ ਹੈ ਉਹ 3 ਮਿਲੀਮੀਟਰ ਦੀ, ਫਿਰ 24 ਮਿਲੀਮੀਟਰ ਦੇ ਪੇਜ ਤੇ ਅੱਗੇ ਫਿਰ 3 ਮਿਲੀਮੀਟਰ ਦੀ ਜਿਲਦ, ਜਾਂ ਜਿਹਨੂੰ ਆਪਾਂ ਕਵਰ ਕਹਿੰਦੇ ਆ। ਐਸੀਆਂ 3 ਕਿਤਾਬਾਂ ਨੇ, ਤਾਂ ਇਹ ਸੇਮ ਐਵੇਂ ਬਣ ਜਾਊਗਾ। ਤਾਂ ਉਹ ਕਹਿੰਦੇ ਇੱਕ ਜਿਹੜਾ ਮਾਈਟ ਹੈ, ਬੁੱਕ ਫਾਰਮ ਹੈ, ਉਹ ਉਰੋਂ ਸ਼ੁਰੂ ਹੋਇਆ ਪਹਿਲੇ ਪੇਜ ਤੋਂ ਤੇ ਗਿਆ ਅਖੀਰਲੇ ਪੇਜ ਤੱਕ, ਉਰੇ ਤੱਕ। ਤਾਂ ਕਹਿੰਦੇ ਇਹਨੇ ਕਿੰਨਾ ਡਿਸਟੈਂਸ ਕਵਰ ਕੀਤਾ? 84 ਇਹਦਾ ਆਨਸਰ ਸੀ। ਦੇਖੋ ਆਪਾਂ ਨੂੰ ਹੁਣ ਤੁਹਾਨੂੰ ਸਮਝਾ ਕੇ ਵੀ ਮੈਨੂੰ ਕਿੰਨਾ ਟਾਈਮ ਲੱਗਿਆ, 15 ਤੋਂ 20 ਸੈਕਿੰਡ ਬਸ। ਤਾਂ ਇਹ ਕਿੰਨਾ ਹੀ ਈਜ਼ੀ ਕੁਐਸਚਨ ਸੀਗਾ। ਪਰ ਉਹੀ ਗੱਲ ਹੈ ਕਿ ਹੁਣ ਜੇ ਆਪਾਂ ਉਰੇ ਬੈਠ ਕੇ ਕਹੀ ਜਾਈਏ ਕਿ ਇੰਨਾ ਈਜ਼ੀ ਸੀ, ਇੰਨਾ ਈਜ਼ੀ, ਪਰ ਪੇਪਰ 'ਚ ਕਿਉਂਕਿ ਨਾਲ ਇਹਦੇ ਪ੍ਰੈਸ਼ਰ ਵੀ ਹੁੰਦਾ, ਉਹ ਆਪਾਂ ਕਾਊਂਟ ਨਹੀਂ ਕਰਦੇ ਪੇਪਰ ਤੋਂ ਬਾਹਰ ਆ ਕੇ। ਤਾਂ ਤੁਸੀਂ ਇਸ ਤਰੀਕੇ ਨਾਲ ਆਪਣੀ ਹੁਣ ਨੈਬ ਤਹਿਸੀਲਦਾਰ ਦੀ ਤਿਆਰੀ ਕਰਨੀ ਹੈ ਕਿ ਤੁਹਾਨੂੰ ਜਿਹੜੀਆਂ ਸੌਖੀਆਂ ਚੀਜ਼ਾਂ ਨੇ ਉਹ ਪਹਿਲੀ ਤੁਹਾਨੂੰ ਅਟੈਂਪਟ ਕਰਨੀਆਂ ਆਉਂਦੀਆਂ ਹੁਣ, ਜਾਂ ਤੁਹਾਨੂੰ ਆਈਡੈਂਟੀਫਾਈ ਕਰਨੀਆਂ ਆਉਂਦੀਆਂ ਹੁਣ ਕਿ ਪਹਿਲੇ ਆਪਾਂ ਨੂੰ ਕਿਹੜੇ ਕੁਐਸਚਨ ਕਰਨੇ ਨੇ। ਤਾਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਇਹ ਵੀ ਕਾਫੀ ਈਜ਼ੀ ਕੁਐਸਚਨ ਸੀ, ਆਨਸਰ 200%। ਇਹ ਸਾਰੇ ਮੈਂ ਕੁਐਸਚਨ ਉਹਨਾਂ ਨੂੰ ਈਜ਼ੀ ਕਹਿ ਰਿਹਾ ਜਿਹੜਾ ਆਪਣਾ ਇੱਕ ਮਿੰਟ ਦੇ ਅੰਦਰ ਆਪਾਂ ਆਨਸਰ ਕੱਢ ਸਕਦੇ ਸੀ। ਇਹ ਕੁਆਇਟ ਬੇਟਾ ਮੋਡਰੇਟ ਟੂ ਡਿਫਿਕਲਟ ਕੁਐਸਚਨ ਸੀ। ਕੰਸੈਪਚੁਅਲ ਕਲੈਰਿਟੀ ਚਾਹੀਦੀ ਸੀ ਇਹਦੇ ਅੰਦਰ, ਈਜ਼ੀ ਕੁਐਸਚਨ 300 ਆਨਸਰ। ਇੱਕ ਕੁਆਇਟ ਆਫ ਮੋਡਰੇਟ ਸੀਗਾ, ਇਨ ਕੇਸ ਤੁਹਾਨੂੰ ਸਮਝ ਆ ਜਾਵੇ ਤਾਂ ਇਹ DI ਕਾਫੀ ਸੌਖੀ ਸੀ, ਜੇ ਨਾ ਸਮਝ ਆਵੇ ਤਾਂ ਉਨੀ ਹੀ ਔਖੀ ਸੀ। ਐਸ ਸੱਚ ਇਹਦਾ ਜਿਹੜਾ ਦੂਸਰਾ ਹੈ ਉਹ ਤੁਸੀਂ ਕਾਫੀ ਈਜ਼ੀਲੀ ਕੱਢ ਸਕਦੇ ਸੀ ਕਿ ਉਹ ਦੋਨਾਂ ਸੇਮ ਹੀ ਫਰਕ ਪਊਗਾ। ਉਸ ਤੋਂ ਬਾਅਦ ਇਹ ਜਿਹੜੀ DI ਸੀ ਇਹ 'ਚ ਕੈਲਕੂਲੇਸ਼ਨ ਦੀ ਲੋੜ ਸੀ, ਹੈ ਤਾਂ ਐਸ ਸੱਚ ਬਹੁਤ ਸਿੱਧੀ ਸੀ ਕਿ BMI ਕੱਢਣਾ ਸੀ ਆਪਾਂ, ਜਿਹੜਾ ਕਿ ਹੈ ਹਾਈਟ ਵੇਟ ਬਾਏ ਹਾਈਟ ਦਾ ਸਕੇਅਰ। ਪਰ ਇਹਦੇ ਵਿੱਚ ਤੁਹਾਨੂੰ ਹਰੇਕ ਕੈਲਕੂਲੇਸ਼ਨ ਕਰਨੀ ਪੈਣੀ ਸੀ, ਤਾਂ ਇਸ ਕਰਕੇ ਆ ਬਿਟ ਆਫ ਡਿਫਿਕਲਟ ਸੀ, ਤੇ ਕੈਲਕੂਲੇਸ਼ਨ ਵੀ ਦੀ ਔਖੀ ਸੀ, ਇਸ ਕਰਕੇ ਇਹਨੂੰ ਆਪਾਂ ਡਿਫਿਕਲਟ ਦੇ ਵਿੱਚ ਰੱਖਾਂਗੇ। ਪਰ ਇਹਦਾ ਦੂਸਰਾ ਜਿਹੜਾ ਸੀਗਾ ਤਾਂ ਉਹ ਕਾਫੀ ਸਿੱਧਾ ਸੀ ਕਿ ਕਿੰਨਾ ਪਰਸੈਂਟੇਜ ਚੇਂਜ ਆਊਗਾ ਜਦੋਂ ਆਪਾਂ ਹਾਈਟ ਨੂੰ 10% ਇੰਕਰੀਜ਼ ਕਰ ਦਾਂਗੇ ਤੇ ਮਾਸ ਨੂੰ 10% ਡਿਕਰੀਜ਼ ਕਰ ਦਾਂਗੇ। ਤਾਂ ਐਸਾ ਚ ਇਹਦਾ ਸਿੱਧਾ ਅੱਧੇ ਮਿੰਟ 'ਚ ਆਨਸਰ ਆਉਂਦਾ ਸੀ -9%। ਅੱਗੇ ਇਹ ਵੀ DI ਇਹ ਡਿਫਿਕਲਟ ਸੀਗੀ ਕਿਉਂਕਿ ਇਹ 'ਚ ਤੁਹਾਨੂੰ ਰਿਡਿਊਸ ਕਰਨਾ ਪੈਣਾ ਸੀ ਪੂਰਾ ਇਹ ਚਾਰਟ ਸਮਝ ਕੇ। ਤਾਂ ਇਹ ਪੱਕਾ ਲੀਵ ਵਾਲੀ ਸੀ ਕਿ ਤੁਸੀਂ 80 ਚੋਂ ਇਹ 3 ਤਾਂ ਪੱਕਾ ਛੱਡ ਕੇ ਹੀ ਆਉਣੇ ਨੇ। ਤਾਂ ਇਹਦੀ ਗੱਲ ਹੋ ਗਈ ਪੂਰੀ DI ਦੀ, ਇਹ ਜਿਹੜੀ ਛੱਡਣ ਵਾਲੀ DI ਸੀ। ਉਸ ਤੋਂ ਬਾਅਦ ਇਹ ਈਜ਼ੀ ਸੀ ਪਰ ਇਹ ਟਾਈਮ ਕੰਜ਼ਿਊਮਿੰਗ ਸੀਗੀ, ਇਨ ਕੇਸ ਤੁਹਾਨੂੰ ਇਹ ਚੋਂ ਰਿਡਿਊਸ ਕਰਨ ਨੂੰ ਟਾਈਮ ਲੱਗੇ। ਉਸ ਤੋਂ ਬਾਅਦ ਇਹ DI ਇਹ ਵੀ ਕਾਫੀ ਈਜ਼ੀ ਟੂ ਮੋਡਰੇਟ ਸੀਗੀ ਕਿਉਂਕਿ ਇਹ ਸਿੱਧਾ ਤੁਹਾਨੂੰ ਸਾਰਾ ਡਾਟਾ ਦਿੱਤਾ ਹੋਇਆ ਤੇ ਉਹੀ ਤੁਸੀਂ ਡਾਟਾ ਅਕੋਰਡਿੰਗ ਟੂ ਦਾ ਕੁਐਸਚਨ ਯੂਜ਼ ਕਰਨਾ ਸੀਗਾ। ਇਹ ਗੱਲ ਹੋ ਗਈ ਸਾਰੀ DI ਦੀ। ਉਸ ਤੋਂ ਬਾਅਦ ਇਹ ਰੀਜ਼ਨਿੰਗ ਈਜ਼ੀ ਡਿਫਿਕਲਟ, ਇਹ ਜੇ ਤੁਹਾਨੂੰ ਆਉਂਦਾ ਤਾਂ ਇਹ ਵੀ ਈਜ਼ੀ ਹੈ, ਥੋੜੀ ਕੈਲਕੂਲੇਸ਼ਨ ਹੋਊਗੀ ਪਰ ਐਟਲੀਸਟ 1 ਤੋਂ 2 ਮਿੰਟਾਂ 'ਚ ਇਹ ਵੀ ਆਨਸਰ ਆਊਗਾ ਤੁਹਾਡਾ। ਈਜ਼ੀ ਇਹ ਰੀਜ਼ਨਿੰਗ ਦੀ DI ਹੈ, ਸੌਰੀ DI ਕਹਿ ਗਿਆ, ਉਹ ਪਜ਼ਲ ਹੈ। ਤਾਂ ਐਸ ਸੱਚ ਇਹ 'ਚ ਸਿੱਧਾ ਦਿੱਤਾ ਹੋਇਆ ਤੁਸੀਂ ਅਰੇਂਜਮੈਂਟ ਕਰਨੀ ਹੈ ਤੇ ਤੁਹਾਡਾ ਆਨਸਰ ਆ ਜਾਊਗਾ। ਸਿੱਧੇ 3 ਕੁਐਸਚਨ ਨੇ, 3 ਮਿੰਟਾਂ 'ਚ 3 ਕੁਐਸਚਨ ਬਣਦੇ ਨੇ। ਇਹ ਵੀ ਕਾਫੀ ਈਜ਼ੀ ਸੀਗਾ, 27-28 ਰੀਜ਼ਨਿੰਗ ਦੀ ਪਜ਼ਲ ਹੈ। ਇਹਨੂੰ ਜੇ ਆਪਾਂ ਕਹਿ ਸਕਦੇ ਹਾਂ ਥੋੜਾ ਟਾਈਮ ਕੰਜ਼ਿਊਮਿੰਗ ਸੀਗਾ ਪਰ ਹੈ ਇਹ ਵੀ ਈਜ਼ੀ ਸੀਗਾ। ਇਹ ਹੋ ਗਿਆ ਡਿਡਕਸ਼ਨ ਦਾ, ਲੌਜੀਕਲ ਡਿਡਕਸ਼ਨ ਈਜ਼ੀ। ਪਜ਼ਲ ਜਿਵੇਂ ਇਹ ਪਜ਼ਲ ਹੈ, ਆਲ ਤੋਂ ਸਿਰਫ ਇੱਕ ਕੁਐਸਚਨ ਹੈ, ਪੂਰੀ ਪਜ਼ਲ ਨੂੰ ਸੋਲਵ ਕਰਕੇ ਤੁਹਾਡਾ ਸਿਰਫ ਇੱਕ ਕੁਐਸਚਨ ਹੋਊਗਾ। ਤੇ ਇਹ ਚਾਹੇ ਹੋ ਸਕਦਾ ਕਿ ਆਪਾਂ ਬਾਅਦ 'ਚ ਕਰਦੇ, ਪਰ ਉੱਥੇ ਜਦ ਆਪਾਂ ਇੰਨਾ ਪੜ੍ਹ ਲੈਂਦੇ ਹਾਂ ਪੂਰੀ ਪਜ਼ਲ ਨੂੰ ਤਾਂ ਉਸੇ ਟਾਈਮ ਆਪਾਂ ਨੂੰ ਲੱਗਦਾ ਕਿ ਹੁਣੇ ਸੋਲਵ ਕਰ ਲਈ। ਤਾਂ ਇਹ ਮੋਡਰੇਟ ਕਹਿ ਸਕਦੇ ਹਾਂ ਇਹਨੂੰ, ਈਜ਼ੀ। ਇਹ ਦੋਨੋਂ ਈਜ਼ੀ। ਤਾਂ ਜਿਵੇਂ ਮੈਂ ਜਿਹੜੀ ਗੱਲ ਕਰ ਰਿਹਾ, ਕਈ ਚੀਜ਼ਾਂ ਹੈ ਤਾਂ ਈਜ਼ੀ ਨੇ ਪਰ ਉਹ 'ਚ ਟਾਈਮ ਕੰਜ਼ਿਊਮਿੰਗ ਉਹ ਜ਼ਰੂਰ ਨੇ ਕਿ ਤਾਂ ਹੋ ਸਕਦਾ ਤੁਸੀਂ ਕਿਤੇ ਅੜ ਜਾਓ ਤਾਂ ਉੱਥੇ ਤੁਹਾਡਾ ਟਾਈਮ ਪੱਕਾ ਲੱਗੂਗਾ। ਤਾਂ ਇਹ ਗੱਲ ਹੋ ਗਈ। ਇਹ ਵੀ ਕਾਫੀ ਈਜ਼ੀ ਕੁਐਸਚਨ ਸੀ।
ਇਹ ਕਾਫੀ ਡਿਫਿਕਲਟ ਕੁਐਸਚਨ ਸੀ। ਇਨ ਕੇਸ ਤੁਹਾਨੂੰ ਇਹੋ ਜਿਹੇ ਕੁਐਸਚਨ ਸੋਲਵ ਕਰਨੇ ਆਉਂਦੇ ਤਾਂ ਹੀ ਤੁਸੀਂ ਸੋਲਵ ਕਰੋਗੇ, ਨਹੀਂ ਤਾਂ ਇਹ ਪੱਕਾ ਲੀਵ ਸੀ, ਪੇਪਰ ਛੱਡਣ ਵਾਲਾ ਕੁਐਸਚਨ ਸੀ। ਇਹ 'ਚ ਵੀ ਕੈਲਕੂਲੇਸ਼ਨ ਲੱਗਣੀ ਸੀ, ਲੀਵ ਕੁਐਸਚਨ ਸੀ। ਇਹ ਈਜ਼ੀ ਸੀਗਾ। ਇਨ ਕੇਸ ਤੁਹਾਨੂੰ ਟਾਈਮ ਐਂਡ ਵਰਕ ਆਉਂਦਾ ਤਾਂ ਤੁਸੀਂ ਅਪਰੋਕਸ 2 ਮਿੰਟਾਂ 'ਚ ਇਹ ਆਂਸਰ ਕੱਢ ਦੋਗੇ। ਟ੍ਰਿਕੀ ਕੁਐਸਚਨ ਸੀਗਾ। ਇਨ ਕੇਸ ਤੁਹਾਨੂੰ ਸਮਝ ਆ ਜਾਏ ਤਾਂ ਤੁਸੀਂ ਨਾਲ ਦੀ ਨਾਲ ਕਰ ਦੋਗੇ। ਇਹ ਕੈਲਕੂਲੇਟਿਵ ਕੁਐਸਚਨ ਸੀ, ਟਾਈਮ ਕੰਜ਼ਿਊਮਿੰਗ। ਇਹ ਪ੍ਰੋਬੇਬਿਲਿਟੀ ਆਉਂਦੀ ਹੈ ਤਾਂ ਨਾਲ ਦੀ ਨਾਲ, ਨਹੀਂ ਤਾਂ ਲੀਵ ਕੁਐਸਚਨ। ਸਾਈਲੋਜਿਜ਼ਮ ਜੇ ਆਉਂਦਾ ਤਾਂ ਉਹੀ 2 ਮਿੰਟਾਂ 'ਚ ਆਂਸਰ। ਪਰ ਉੱਥੇ ਦੇਖੋ, ਮੰਨ ਲਓ ਹੁਣ ਤਾਂ ਪੇਪਰ ਤੋਂ ਬਾਹਰ ਆ ਕੇ ਗੱਲ ਕਰਨਾ ਬਹੁਤ ਸੌਖਾ ਹੈ ਕਿ ਇਹ ਇਸ ਤਰੀਕੇ ਨਾਲ ਹੋ ਜਾਣਾ ਸੀ, ਇਹ ਈਜ਼ੀ ਹੈ ਜਾਂ ਇਹ। ਉੱਥੇ ਪਰ ਜੇ ਤੁਹਾਡਾ ਇੱਕ ਕੁਐਸਚਨ ਵੀ ਖੜ ਜੇ ਤਾਂ ਤੁਹਾਡੇ ਅਗਲੇ 2-3 ਕੁਐਸਚਨ ਖਰਾਬ ਹੁੰਦੇ ਨੇ ਕਿ ਇਹਨੂੰ ਕਿਵੇਂ ਕਰਾਂਗੇ, ਉਧਰ ਮੇਰਾ ਇੰਨਾ ਟਾਈਮ ਹੋ ਗਿਆ, ਅੱਗੇ ਪਤਾ ਨਹੀਂ ਮੇਰੇ ਕਿੰਨੇ ਪਏ ਨੇ। 100 ਤਰ੍ਹਾਂ ਦੀਆਂ ਚੀਜ਼ਾਂ ਦਿਮਾਗ ਚੱਲਦੀਆਂ ਨੇ, ਉਸ ਕਰਕੇ ਵੀ ਆਪਣਾ ਪੇਪਰ 'ਚ ਬਹੁਤ ਫਰਕ ਪੈਂਦਾ। ਇਸੇ ਲਈ ਆਪਾਂ ਨੂੰ ਆਪਣਾ ਇੰਸਟਿੰਕਟ ਡਿਵੈਲਪ ਕਰਨਾ ਪੈਣਾ ਕਿ ਆਪਾਂ ਸਾਈਡ ਦੇ ਪੇਪਰ ਕਰਨੇ ਕਿਵੇਂ ਨੇ, ਕਿਸ ਤਰੀਕੇ ਨਾਲ ਆਪਣੇ ਕਰਨੇ ਨੇ, ਕਿਵੇਂ ਹੋਣੇ ਚਾਹੀਦੇ ਨੇ, ਕਿਹੜੇ ਕੁਐਸਚਨ ਪਹਿਲੇ ਕਰਨੇ ਨੇ। ਤਾਂ ਹੀ ਮੇਰਾ ਪੂਰਾ ਜ਼ੋਰ ਸਿਰਫ ਇਸ ਚੀਜ਼ 'ਤੇ ਹੈ ਕਿ ਤੁਸੀਂ ਆਪਣੇ ਪੇਪਰ ਸੋਲਵ ਕਿਵੇਂ ਕਰਨੇ ਨੇ, ਜਿਸ ਕਰਕੇ ਤੁਹਾਨੂੰ ਇੱਕ ਟੈਸਟ ਸੀਰੀਜ਼ ਤੁਹਾਡੇ ਕੋਲ ਹੋਣੀ ਬਹੁਤ ਜ਼ਰੂਰੀ ਹੈ। ਕਾਫੀ ਈਜ਼ੀ ਕੁਐਸਚਨ ਸੀਗਾ ਕਿ 12 ਵਜੇ ਤੋਂ ਬਾਅਦ ਉਹ 20, 21 ਅਤੇ ਟੀ ਵਾਲੇ ਕਦੋਂ ਇਕੱਠੇ ਵੱਜਣਗੇ। ਤਾਂ ਇਹ 'ਚ ਸਿੱਧਾ ਸੀਗਾ ਕਿ 20 5 × 4 21 7 × 3। ਹੁਣ ਜਿਹੜਾ ਇਹਨਾਂ 'ਚੋਂ ਕੋਈ ਵੀ ਇਹਨਾਂ ਦੇ ਮਲਟੀਪਲ ਬਣਦਾ, ਇਹਦੇ ਐਲਸੀਐਮ ਕੱਢ ਕੇ ਇਹਦਾ ਮਲਟੀਪਲ ਬਣਦਾ, ਉਹ ਸਿੱਧਾ ਆਂਸਰ ਆ ਜਾਊਗਾ। ਤਾਂ 7 ਚੌਕਾ 28 ਬਣਦਾ ਸੀਗਾ, ਤਾਂ ਇਹ ਇਹਦਾ ਆਂਸਰ ਸੀਗਾ। ਪਰ ਹੁਣ ਤੁਸੀਂ ਇੱਧਰ ਬੈਠ ਕੇ ਗੱਲ ਕਰਨੀ ਬਹੁਤ ਸੌਖੀ ਹੈ, ਪੇਪਰ 'ਚ ਕਈ ਵਾਰ ਦਿਮਾਗ ਨਹੀਂ ਚੱਲਦਾ। ਮੈਂ ਪੱਕੀ ਗੱਲ ਮੰਨਦਾ ਕਿ ਬੰਦੇ ਨੂੰ ਕਈ ਵਾਰ ਚੀਜ਼ ਸਮਝ ਹੀ ਨਹੀਂ ਆਉਂਦੀ ਹੁੰਦੀ। ਬਾਹਰ ਆ ਕੇ ਤਾਂ ਬੰਦਾ ਪੜ੍ਹਦਾ ਨਾਲ ਦੀ ਨਾਲ, ਅਤੇ ਹਾਂ ਕਿ ਇਹ ਤਾਂ ਯਾਰ ਕਿੰਨਾ ਸੌਖਾ ਸੀਗਾ, ਇਹ ਤਾਂ ਐਂ ਕਰ ਦੇਣਾ ਸੀਗਾ, ਉੱਥੇ ਪਤਾ ਨਹੀਂ ਕਿਉਂ ਨਹੀਂ ਹੋ ਰਿਹਾ ਸੀ। ਤਾਂ ਬਾਅਦ 'ਚ ਗੱਲ ਕਰਨੀ ਬਹੁਤ ਸੌਖੀ ਹੈ, ਉਸ ਟਾਈਮ 'ਤੇ ਗੱਲ ਕਰਨੀ ਜਾਂ ਉਸ ਟਾਈਮ 'ਤੇ ਪਰਫੋਰਮ ਕਰਨਾ ਕਈ ਵਾਰ ਡਿਫੀਕਲਟ ਹੋ ਜਾਂਦਾ। ਅਤੇ ਇਹਦਾ ਸਭ ਤੋਂ ਵਧੀਆ ਤਰੀਕਾ ਹੈਗਾ ਪ੍ਰੈਕਟਿਸ। ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ, ਚਾਹੇ ਤੁਸੀਂ ਕੋਈ ਟੈਸਟ ਸੀਰੀਜ਼ ਨਹੀਂ ਹੈ ਤਾਂ ਵੀ, ਹੁਣ ਤਾਂ ਤੁਹਾਨੂੰ ਪਤਾ ਕਿ DI PPSC ਪੁੱਛਣ ਲੱਗ ਗਈ, ਤਾਂ ਘੱਟੋ ਘੱਟ DI ਦੇ 20 ਤੋਂ 25 ਆਪਣੇ ਕੁਐਸਚਨ ਸੋਲਵ ਕਰੋ। ਜਿਹੜੇ ਇੱਕ DI ਹੁੰਦੇ ਜਿਸ 'ਚ 3-4 ਸਵਾਲ ਨੇ, ਤਾਂ ਉਹੋ ਜਿਹੇ 25 ਜੇ ਸੋਲਵ ਕਰੋਗੇ ਤੁਸੀਂ ਅਪਰੋਕਸ 75 ਤੋਂ 100 ਕੁਐਸਚਨਾਂ ਦੀ ਤਿਆਰੀ ਕਰਕੇ ਜਾਓ, ਤਾਂ ਉੱਥੇ ਜਾ ਕੇ ਤੁਸੀਂ ਵਧੀਆ ਪਰਫੋਰਮ ਕਰੋਗੇ। ਤੁਹਾਨੂੰ ਪਤਾ ਹੋਊਗਾ ਕਿਹੜੀ ਮੈਂ ਕਰ ਸਕਦਾ, ਕਿਹੜੀ ਮੈਂ ਛੱਡਣੀ ਹੈ। ਆਪਣਾ ਮੇਨ ਮੋਟਿਵ ਹੁਣ ਇਹ ਤੋਂ ਜਿਹੜਾ ਪੇਪਰ ਆਪਣਾ ਹੋ ਗਿਆ ਉਹਦੇ ਨਾਲ ਆਪਾਂ ਕੁਛ ਨਹੀਂ ਕਰ ਸਕਦੇ। ਜੇ ਤਾਂ ਤੁਹਾਡਾ ਕਲੀਅਰ ਹੋ ਰਿਹਾ ਤਾਂ ਵੈਲ ਐਂਡ ਗੁੱਡ। ਜੇ ਤੁਹਾਡਾ ਕਲੀਅਰ ਹੋ ਰਿਹਾ ਮਤਲਬ ਤੁਹਾਨੂੰ ਪਹਿਲੀ ਤਰੀਕਾ ਹੈਗਾ ਪੇਪਰ ਕਿਵੇਂ ਅਟੈਂਪਟ ਕਰਨਾ ਸੀ, ਕਿਵੇਂ ਕਰਨਾ ਚਾਹੀਦਾ ਸੀ, ਤਾਂ ਤੁਸੀਂ ਪਹਿਲੀ ਬੈਟਰ ਪ੍ਰੀਪੇਅਰਡ। ਹੁਣ ਤੁਸੀਂ ਮੇਨਸ ਦੀ ਤਿਆਰੀ ਕਰੋਗੇ, ਅਤੇ ਜਿਨ੍ਹਾਂ ਦਾ ਕਮੀ ਰਹਿ ਗਈ ਉਹਨਾਂ ਦਾ ਹੁਣ ਕੀ ਉਹ ਡਿਊਟੀ ਬਣਦੀ ਹੈ ਕਿ ਉਹ ਚੀਜ਼ਾਂ ਕਰਨ ਜਿਹੜੀ ਉਹਨਾਂ ਨੇ ਪਿਛਲੀ ਵਾਰ ਨਹੀਂ ਕੀਤੀ, ਜਿਹੜੀ ਕੀ ਹੈ ਪ੍ਰੈਕਟਿਸ। ਚਾਹੇ RS ਅਗਰਵਾਲ ਦੀ ਕਿਤਾਬ ਚੱਕ ਲਓ, ਉਹ 'ਚ ਜਿੰਨੀ ਵੀ DI ਹੈਗੀਆਂ ਨੇ ਤੁਸੀਂ ਸੋਲਵ ਕਰੋ, ਜ਼ੋਰ ਲਾਓ ਪੂਰਾ। ਨਾਇਬ ਤਹਿਸੀਲਦਾਰ ਹੁਣ ਆਪਣੇ ਕੋਲ ਇੱਕ ਆਖਰੀ ਵਧੀਆ ਮੌਕੇ ਜਿਹੜਾ ਆਪਾਂ ਕੱਢ ਸਕਦੇ ਹਾਂ ਪੰਜਾਬ ਦਾ, ਤਾਂ ਉਹ ਉੱਤੇ ਆਪਣਾ ਪੂਰਾ ਜ਼ੋਰ ਲੱਗਣਾ ਚਾਹੀਦਾ। ਉਸ ਤੋਂ ਬਾਅਦ ਇਹ ਡਿਫੀਕਲਟ ਕੁਐਸਚਨ ਸੀ। ਹੁਣ ਦੇਖੋ ਡਿਫੀਕਲਟ ਮੈਂ ਕਿਸ ਸੈਂਸ 'ਚ ਕਹਿ ਰਿਹਾ, ਐਸਾ ਹੈ ਤਾਂ ਇਹ ਵੀ ਸੌਖਾ ਕਿ ਉੱਧਰ 2 ਪਾਈਥੋਗਰਾਸ ਥਿਊਰਮ ਲੱਗਣਗੇ, ਇੱਕ ਇੱਧਰਲੇ ਪਾਸੇ ਇੱਕ ਇੱਧਰਲੇ ਪਾਸੇ, ਸੜਕ ਦੋਨੋਂ ਪਾਸੇ 2 ਪਾਈਥੋਗਰਾਸ ਲੱਗਣਗੀਆਂ। ਪਰ ਦੇਖੋ ਇਹ ਕੁਐਸਚਨ ਇੰਨਾ ਵੱਡਾ ਹੈ ਤਾਂ ਤੁਹਾਨੂੰ ਦੇਖਦੇ ਹੀ ਅੰਦਾਜ਼ਾ ਹੋ ਜਾਣਾ ਚਾਹੀਦਾ ਕੁਐਸਚਨ ਬਹੁਤ ਵੱਡਾ, ਇਹਨੂੰ ਪੜ੍ਹਨ ਨੂੰ ਵੀ ਉਨਾ ਹੀ ਟਾਈਮ ਲੱਗੂਗਾ, ਫਿਰ ਸੋਲਵ ਕਰਨ ਨੂੰ ਮੈਨੂੰ ਟਾਈਮ ਲੱਗੂਗਾ। ਹੋ ਸਕਦਾ ਕਿ ਇੱਕ ਵਾਰ ਪੜ੍ਹੇ ਤੇ ਸਮਝ ਨਾ ਆਵੇ ਤਾਂ 2-3 ਵਾਰ ਪੜ੍ਹਨਾ ਪਵੇ ਇਹ ਕੁਐਸਚਨ। ਪਹਿਲੇ ਉਹ ਕੁਐਸਚਨ ਆਪਾਂ ਚੱਕਣੇ ਨੇ ਜਿਨ੍ਹਾਂ ਦੀ ਸਟੇਟਮੈਂਟਾਂ ਹੀ ਬਹੁਤ ਛੋਟੀਆਂ ਨੇ, ਛੋਟੀਆਂ ਸਟੇਟਮੈਂਟਾਂ ਨੇ। ਮੰਨ ਲਓ 2-3 ਵਾਰ ਵੀ ਪੜ੍ਹਨੀਆਂ ਪਈਆਂ, ਆਪਾਂ ਨਾਲ ਦੀ ਨਾਲ ਪੜ੍ਹ ਲਾਂਗੇ। ਇੱਕ ਸਟੇਟਮੈਂਟ ਹੀ ਇੰਨੀ ਵੱਡੀ ਹੈ, ਤਾਂ ਮੰਨ ਲਓ ਆਪਾਂ ਫੇਰ ਵੀ ਨਾ ਹੋਇਆ ਤਾਂ ਆਪਾਂ ਟਾਈਮ ਖਰਾਬ ਕਰ ਰਹੇ। ਇਹੋ ਜਿਹੇ ਕੁਐਸਚਨ ਆਪਾਂ ਲਾਸਟ 'ਚ ਕਰਨੇ ਨੇ। ਕਾਫੀ ਈਜ਼ੀ ਕੁਐਸਚਨ ਸੀਗਾ ਇਹ। ਉਸ ਤੋਂ ਬਾਅਦ ਜਿਹੜੀ ਪੰਜਾਬੀ ਆਈ ਹੈ ਐਤਕੀ, ਉਹ ਕਾਫੀ ਈਜ਼ੀ ਸੀਗੀ। ਇਹ ਤੁਹਾਨੂੰ 100 'ਚੋਂ 100% ਨੰਬਰ ਆਉਣੇ ਚਾਹੀਦੇ ਸੀ ਪੰਜਾਬੀ 'ਚ। ਈਜ਼ੀ ਤਾਂ ਜੇ ਪੰਜਾਬੀ ਦੀ ਗੱਲ ਕਰੀਏ ਕਾਫੀ ਕੰਪੈਰੇਟਿਵਲੀ ਈਜ਼ੀ। ਹੁਣ ਜੇ ਆਪਾਂ ਇੰਗਲਿਸ਼ ਦੀ ਗੱਲ ਕਰੀਏ, ਉਹ ਪਿਛਲੇ ਸਾਲਾਂ ਦੇ ਹਿਸਾਬ ਨਾਲ ਦੇਖਿਆ ਗਿਆ ਕਿ ਮੋਡਰੇਟ ਟੂ ਡਿਫੀਕਲਟ ਲੈਵਲ ਸੀ। ਇੱਕ ਤਾਂ ਪਹਿਲੇ ਇੰਨਾ ਵੱਡਾ ਤੁਸੀਂ ਪੈਸੇਜ ਪੜ੍ਹੋ, ਅੱਗੇ ਸਿਰਫ ਇੱਕ ਲਾਈਨ ਜਿੰਨਾ ਜੇ ਇੰਨਾ ਕਹਿ ਰਹੇ ਹਾਂ ਤਾਂ ਇੰਨਾ ਪੈਸੇਜ ਆਉਂਦਾ ਹੁੰਦਾ ਸੀ। ਐਤਕੀ ਜਿਹੜਾ ਇਹ ਹੈ ਇਹ ਐਕਸਟਰਾ, ਜਿਹੜਾ ਤੁਹਾਡਾ ਟਾਈਮ ਕੰਜ਼ਿਊਮ ਕਰੂਗਾ।
ਜੇ ਤਾਂ ਤੁਹਾਡੀ ਇੰਗਲਿਸ਼ ਬਹੁਤ ਹੀ ਵਧੀਆ ਤਾਂ ਹੀ ਤੁਸੀਂ ਇਹਨੂੰ ਸੋਲਵ ਕਰੋ, ਨਹੀਂ ਤਾਂ ਇਹਨੂੰ ਅਖੀਰ ਵਾਸਤੇ ਰੱਖੋ। ਤੇ ਇਹ ਹੋ ਗਿਆ ਆਪਣਾ ਪੂਰਾ। ਇਹ ਫਿਰ ਵੀ ਕਾਫੀ ਛੋਟਾ ਸੀ ਪੈਸੇਜ ਤੇ ਆਪਾਂ ਕਰ ਸਕਦੇ ਸੀ। ਇਹ ਐਸ ਇੱਕ ਰਫ ਐਸਟੀਮੇਟ ਦਿੱਤਾ ਮੈਂ ਤੁਹਾਨੂੰ ਕਿ ਤੁਹਾਡਾ ਸੀ ਸੈਟ ਦਾ ਪੇਪਰ ਕਿਸ ਤਰ੍ਹਾਂ ਨਾਲ ਤੁਹਾਡਾ ਅਟੈਂਪਟ ਹੋਣਾ ਚਾਹੀਦਾ ਸੀ, ਕਿ ਜਿਹੜਾ ਤੁਹਾਨੂੰ ਦੇਖ ਕੇ ਪਤਾ ਲੱਗ ਜਾਣਾ ਚਾਹੀਦਾ ਸੀ ਕਿ ਈਜ਼ੀ ਚੀਜ਼ਾਂ ਨੇ, ਇਹ ਮੈਂ ਪਹਿਲੇ ਕਰਨੀਆਂ ਨੇ, ਜੇ ਅਖੀਰ 'ਚ ਰਹਿ ਵੀ ਗਈਆਂ ਤਾਂ ਬਾਕੀਆਂ ਦਾ ਤਾਂ ਮੈਂ ਤੁੱਕਾ ਲਾ ਹੀ ਆਉਣਾ, ਕਿਉਂਕਿ ਨੈਗੇਟਿਵ ਮਾਰਕਿੰਗ ਆਪਣੇ ਕੋਲ ਹੈ ਨਹੀਂ। ਤਾਂ ਇਸ ਪੇਪਰ, ਕਿਉਂਕਿ PPSC ਦਾ ਪੇਪਰ ਹੈ, ਜੇ ਜਨਰਲ ਸਟੱਡੀਜ਼ ਦੀ ਗੱਲ ਕਰੀਏ ਜਾਂ ਸੀ ਸੈਟ ਦੀ ਗੱਲ ਕਰੀਏ ਤਾਂ ਡਿਫੀਕਲਟੀ ਲੈਵਲ ਉਹਨਾਂ ਨੇ ਕਾਫੀ ਰੇਜ਼ ਕੀਤਾ। ਲੈਵਲ ਰੇਸ ਕੀਤਾ ਤਾਂ ਹੁਣ ਤੁਹਾਨੂੰ ਵੀ ਆਪਣਾ ਲੈਵਲ ਰੇਸ ਕਰਨਾ ਪਊਗਾ। ਇਹ ਨਹੀਂ ਹੈ ਕਿ ਤੁਸੀਂ ਪੁਰਾਣੇ ਸਾਲਾਂ ਦੇ ਹਿਸਾਬ ਨਾਲ ਹੀ ਚੱਲੀ ਜਾਓਗੇ, ਕਿ ਜਿਵੇਂ ਪਹਿਲੇ ਪੇਪਰ ਆਉਂਦੇ ਸੀ ਉਵੇਂ ਹੀ ਤੁਸੀਂ ਹੁਣ ਅੱਗੇ ਵੀ ਚੱਲੀ ਜਾਓਗੇ, ਉਹੀ ਪੁਰਾਣੀਆਂ ਚੀਜ਼ਾਂ ਕਰ ਕੇ ਤੇ ਉਹਦੇ ਨਾਲ ਤੁਹਾਡੀ ਗੱਲ ਬਣ ਜੂਗੀ। ਹੁਣ ਉਹਦੇ ਨਾਲ ਗੱਲ ਨਹੀਂ ਬਣਨੀ, ਹੁਣ ਆਪਾਂ ਨੂੰ ਹੋਰ ਮਿਹਨਤ ਕਰਨੀ ਪੈਣੀ ਹੈ। ਇਹੀ ਮੇਨ ਸਿੱਟਾ ਨਿਕਲਦਾ ਇਸ ਸੀ ਸੈਟ ਦੇ ਪੇਪਰ ਦਾ। ਜਿਹੜੀ ਚੀਜ਼ਾਂ ਮੈਂ ਤੁਹਾਨੂੰ ਸਮਝਾਈਆਂ ਨੇ ਕਿ ਕਿਹੜੇ ਆਪਾਂ ਆਇਡੈਂਟੀਫਾਈ ਕਰਨੇ, ਕਿਹੜੇ ਸੌਖੇ ਨੇ, ਕਿਹੜੇ ਡਿਫੀਕਲਟ ਨੇ, ਕਿਹੜੀ ਚੀਜ਼ਾਂ ਛੱਡਣ ਵਾਲੀਆਂ ਸੀ, ਹੁਣ ਕਿਹੜੀ ਆਪਾਂ ਮੇਨ ਪ੍ਰੈਕਟਿਸ ਕਰਨੀ ਉਹ DI ਦੀ ਕਰਨੀ ਹੈ। ਜੇ ਇੱਧਰ DI ਹੈ ਤਾਂ ਮੇਜਰ ਪ੍ਰੋਬੇਬਿਲਿਟੀ ਹੈ ਕਿ ਅੱਗੇ ਵੀ DI ਹੀ ਪੁੱਛਣਗੇ। ਤੁਸੀਂ ਪਹਿਲੇ ਹੈਡਮਾਸਟਰ ਦਾ ਪੇਪਰ ਹੋਇਆ ਸੀ PPSC ਦਾ, ਉਹ 'ਚ ਡਿਫੀਕਲਟੀ ਲੈਵਲ ਕਾਫੀ ਸੀਗਾ, ਪਰ ਆਪਾਂ ਉਸ ਤੋਂ ਸਿੱਖੇ ਨਹੀਂ, ਉਹ ਡਿਫੀਕਲਟੀ ਲੈਵਲ ਵੱਧ ਕੇ PPSC 'ਚ ਹੋਰ ਡਿਫੀਕਲਟ ਹੋਇਆ। ਈਵਨ ਦੋ ਕਿ ਨੈਬ ਤਹਿਸੀਲਦਾਰ 'ਚ ਡਿਫੀਕਲਟੀ ਲੈਵਲ ਉਹਦੇ ਨਾਲੋਂ ਘੱਟ ਹੋਊਗਾ, ਪਰ ਆਪਾਂ ਨੂੰ ਇੱਕ ਰਸਤਾ ਦਿਖਾਤਾ ਉਹਨਾਂ ਨੇ ਕਿ ਹੁਣ ਇਸ ਰਸਤੇ 'ਤੇ ਆਪਾਂ ਚੱਲਣਾ। ਤਾਂ ਤੁਸੀਂ ਵੀ ਆਪਣੀ ਤਿਆਰੀ ਉਸ ਤਰ੍ਹਾਂ ਹੀ ਅੱਗੇ ਵਧਾਉਣੀ ਹੈ। ਇਨ ਕੇਸ ਤੁਹਾਨੂੰ ਕੋਈ ਡਾਊਟ ਹੈ ਤੁਸੀਂ ਕਮੈਂਟਾਂ 'ਚ ਲਿਖੋ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਹੈਲਪ ਕਰੀਏ। ਤੇ ਜੋ ਇੱਕ ਇਹ ਤੋਂ ਆਪਾਂ ਸਿੱਖ ਲੈਣੀ ਉਹ ਇਹ ਹੈ, ਜਾਂ ਤਾਂ ਤੁਸੀਂ RS ਅਗਰਵਾਲ ਚੱਕੋ ਤੇ ਉਹਦੇ ਕੁਐਸਚਨ ਸੋਲਵ ਕਰੋ DI ਦੇ, ਜਾਂ ਫਿਰ ਕੋਈ ਨਾ ਕੋਈ ਟੈਸਟ ਸੀਰੀਜ਼ ਜੁਆਇਨ ਕਰੋ ਜਿਹਦੇ ਨਾਲ ਤੁਸੀਂ ਆਪਣੀ ਪੂਰੀ, ਤੁਹਾਨੂੰ ਪਤਾ ਲੱਗੇ ਕਿ ਕਿਹੜਾ ਚੀਜ਼ ਕਰਨੀ ਹੈ ਪਹਿਲੇ, ਕਿਹੜੀ ਛੱਡਣੀ ਹੈ, ਕਿਸ ਹਿਸਾਬ ਨਾਲ ਆਪਣਾ ਪੇਪਰ ਪੂਰਾ ਇੱਕ ਲਾਈਨ 'ਚ ਲੈ ਕੇ ਜਾਣਾ। ਤਾਂ ਇਹੀ ਸੀ ਅੱਜ ਦਾ ਪੂਰਾ ਆਪਣਾ ਐਨਾਲਿਸਿਸ ਦੀ ਵੀਡੀਓ। ਜੇ ਕੋਈ ਵੀ ਡਾਊਟ ਹੋਏ ਤਾਂ ਪਲੀਜ਼ ਥੱਲੇ ਕਮੈਂਟਸ ਜ਼ਰੂਰ ਕਰਿਓ। ਥੈਂਕ ਯੂ ਸੋ ਮਚ।